पहली भाद्रों शहनशाह सम्मत 8 8:30 बजे शाम बहरीन बंदरगाह ते खड़े जहाज ये सच्चे पातशाह जी 1972 बाहर दे पहले विदेशी टूर के उत्ते गए सन। बहरीन की बंदरगाह उत्थे जहाज खड़ा होया, उत्थे सच्चे पातशाह जी ये लिखत कराई सी। ये कोई उर्दू के शब्द हैं काफ़ी, आप उन्होंने भी देखांगे। हुणे आप जी ने वीर गुलजार सिंह पासों सच का रंग की गल सुनी। सानू सच का रंग जो सच्चे पातशाह जी दिता, वो सच ते आद सच, जुगाद सच, है भी सच, नानक होसी भी सच। कि सानू ये रंगना चढ़ गई। सतगुरु नानक जी बारे बहुत लेख आते हैं कि वह भी संपूर्ण गुरु नानक देव जी भी संपूर्ण जोत सी महाराज दी, लेकिन उन्होंने पंचतत्व दे विच होके गुजरना पिया। जिवें महाराज शेर सिंह नूं पहलां आउणा पिया, पर बाद दे विच जो खेड वापरी जोश दी, वो उदों नहीं वापरी। कि आपां भी ये विचार करनी है, सानू सच का रंग चढ़िया कि नहीं चढ़िया। एक तो सही सच जीवन के अंदर बोलण नूं कहने हैं, एक सच जो गुरु नानक देव जी ने गुरु ग्रंथ साहब के आरंभ के दिता, आद सच। वो सच महाराज जी की बाणी च है, वो विष्णु मैं विष्णु भगवाना। जिहड़ा आद सच, जुगाद सच, है भी सच, वो सच किहो जिहा सी कि वो सच नूं असीं समझिया। वो सच ते परमात्मा की निराकार जोत का नाम आ कि असीं उस दे उपासक बने हाँ, या असीं सिर्फ जीवन के कारोबार के अंदर ही सच बोलण दी कह लिया कि इहो ही सच है। जिथे सच का वर्णन आता, सच का रंग, उस निर्गुण धार का रंग सानू चढ़िया कि असीं निर्गुण धार के उपासक बन गए कि नहीं बन गए। आप अगर इस बाणी च थोड़ा जाया, आप इस उत्ते विचार जरूर करांगे। महाराज कहते हैं सदी 14वीं कहे मेरा पूरा होया अहद। जिहड़ा करारनामा परमात्मा दे नाल मुहम्मद साहब का होया सी, वो सी मुहम्मद साहब कि उसका जिहड़ा धर्म ईमान है जो चलाएगा वो 1400 सदियाँ तक चलेगा। और उस 14वीं सदी जी आ वो 1981 दे पूरी हो गई। मैं अज ही गुरसिखां नाल गल करदा सा, पाकिस्तान बनया, कल वो भी साडे भरा सन। पाकिस्तान बन गया, 2 हिस्से होए ते गल वखरी आ। अज तो 73 साल पहला भारत के 2 टुकड़े हुए। उदों पहला पाकिस्तान ते इंडिया एक सन। मैं सोचता सा
ਕਿ ਮਹਾਰਾਜ ਸ਼ੇਰ ਸਿੰਘ ਜੀ ਉਹਨਾਂ ਦਾ ਜਨਮ ਜਿਹੜਾ ਮੌਜੂਦਾ ਪਾਕਿਸਤਾਨ ਆ ਉਸ ਦੇ ਨਗਰ ਪਿੰਡ ਅੰਦਰ ਹੋਇਆ। ਮਹਾਰਾਜ ਪੂਰਨ ਸਿੰਘ ਸਤਿਗੁਰ ਦਾ ਜਨਮ ਲੈਲਪੁਰ ਜ਼ਿਲ੍ਹੇ ਦੇ ਅੰਦਰ ਹੋਇਆ ਅਤੇ ਉਹ ਵੀ ਪਾਕਿਸਤਾਨ ਦੇ ਵਿੱਚ ਆ। ਇਹ ਜੋਤ ਸ਼ਬਦ ਦੀ ਧਾਰ ਦੀ ਖੇਡ ਦੇਖਣ ਲਈ ਮੁਹੰਮਦ ਸਾਹਿਬ ਨੇ ਅਕਾਲ ਪੁਰਖ ਨੂੰ ਕਿਹਾ ਸੀ ਕਿ ਮੈਂ ਵੀ ਤੇਰੀ ਇਹ ਧਾਰ ਖੇਡ ਜਿਹੜੀ ਆ ਇਹਨੂੰ ਵੇਖਾਂ। ਔਰ ਉਸ ਦਾ ਜਨਮ ਵੀ ਮੌਜੂਦਾ ਪਾਕਿਸਤਾਨ ਦੇ ਅੰਦਰ ਜਿਹੜਾ ਹੁਣ ਰੋੜੀ ਸੱਖਰ ਸਿੰਧ ਦੇ ਉੱਤੇ ਇੱਕ ਪੁਲ ਹੈ, ਕਰਾਚੀ ਨੂੰ ਜਾਂਦੇ ਆ, ਉੱਥੇ ਹੋਇਆ। ਉਸ ਦਾ ਨਾਮ ਮੁਹੀਮਦੀਨ ਸ਼ਾਹ ਸਾਈਂ ਸੀਗਾ। ਉਸ ਨੂੰ ਸੱਚੇ ਪਾਤਸ਼ਾਹ 2-3 ਪੱਤਰ ਵੀ ਪਾਏ ਸਨ। ਤਿੰਨੋਂ ਹੀ ਹਸਤੀਆਂ ਅਕਾਲ ਪੁਰਖ ਮਹਾਰਾਜ ਸ਼ੇਰ ਸਿੰਘ, ਗੋਬਿੰਦ ਧਾਰ, ਸਤਿਗੁਰ ਸ਼ਬਦ ਮਹਾਰਾਜ ਪੂਰਨ ਸਿੰਘ ਅਤੇ ਪੈਗੰਬਰ ਮੁਹੰਮਦ ਸਾਹਿਬ, ਇਹਨਾਂ ਦਾ ਜਨਮ ਮੌਜੂਦਾ ਪਾਕਿਸਤਾਨ ਦੇ ਅੰਦਰ ਹੋਇਆ। ਉਹਨਾਂ ਦਾ ਨਹੀਂ ਮੈਂ ਕਹਿ ਸਕਦਾ ਕਿ ਉਹਨਾਂ ਦਾ ਰੰਗ ਕਿੰਨਾ ਕੁ ਚੜ੍ਹਿਆ ਕਿੰਨਾ ਨਹੀਂ। ਕਿ ਆਪਾਂ ਨੂੰ ਵੀ ਸੱਚ ਦਾ ਰੰਗ ਚੜ੍ਹ ਗਿਆ? ਅਗਰ ਸੱਚ ਦਾ ਰੰਗ ਨਹੀਂ ਚੜ੍ਹਿਆ ਤੇ ਸੱਚ ਪਿੰਡ ਪ੍ਰਗਟ ਹੋਇਆ, ਸੱਚ ਲਾਇਲਪੁਰ ਹੋਇਆ ਔਰ ਸੱਚ ਰੂੜੀ ਸੱਖਰ ਹੋਇਆ। ਤਿੰਨੋਂ ਹੀ ਸ਼ਹਿਰ ਜਿਹੜੇ ਆ ਉਹ ਪਾਕਿਸਤਾਨ ਦੇ ਅੰਦਰ ਹੈ। ਸਾਡੇ ਕੋਲ ਹੁਣ ਸੱਚੇ ਪਾਤਸ਼ਾਹ ਜੀ ਦਾ ਸੱਚ ਇਹ ਬਾਣੀ ਰੂਪੀ ਆ। ਇਹ ਉੱਥੇ ਨਹੀਂ ਰਹਿ ਗਿਆ ਕਿ ਆਪਾਂ ਵੀ ਇਸ ਨੂੰ ਪੜ੍ਹਦੇ ਹਾਂ ਕਿ ਅਸੀਂ ਵੀ ਉਸ ਸੱਚ ਨੂੰ ਅਪਣਾਇਆ। ਔਰ ਜਿੱਥੋਂ ਇਹ ਬਾਣੀ ਦਾ ਆਰੰਭ ਕੀਤਾ, ਸ਼ੁਭ ਆਰੰਭ ਸੱਚੇ ਪਾਤਸ਼ਾਹ ਜੀ, ਉਹ ਤੇ ਸ਼ਬਦ ਤੋਂ ਕੀਤਾ। ਬਚਨ ਮੂੜੇ ਗੁਰ ਕਾ ਪਾਈ। ਉਹਨਾਂ ਦਾ ਮੈਨੂੰ ਨਹੀਂ ਪਤਾ, ਮੈਂ ਪਹਿਲਾਂ ਕਿਹਾ ਗਿਆ ਕਿ ਉੱਥੇ ਤਿੰਨੇ ਹੀ ਹਸਤੀਆਂ ਅਕਾਲ ਪੁਰਖ, ਸਤਿਗੁਰ ਸ਼ਬਦ, ਮੁਹੰਮਦ ਸਾਹਿਬ ਪਾਕਿਸਤਾਨ 'ਚ ਹੋਏ, ਮੌਜੂਦਾ ਪਾਕਿਸਤਾਨ। ਸਾਨੂੰ ਭਾਰਤ ਦੇ ਅੰਦਰ ਸੱਚੇ ਪਾਤਸ਼ਾਹ ਆਪਣਾ ਇਹ ਸ਼ਬਦ, ਇਹ ਸੰਗਤ ਦੀ ਝੋਲੀ ਇੰਡੀਆ 'ਚ ਪਾ ਦਿੱਤਾ। ਕਿਹਾ ਆਪਾਂ ਇਹਨੂੰ ਪੜ੍ਹ ਕੇ ਇਹਦੇ ਉੱਤੇ ਅਮਲ ਕੀਤਾ? ਉਹਨਾਂ ਦਾ ਮੈਂ ਕਹਿ ਨਹੀਂ ਸਕਦਾ ਕਿਉਂਕਿ ਉੱਥੇ ਸਾਡੀ ਪਹੁੰਚ ਨਹੀਂ ਗਈ। ਸਾਡੀ ਭਾਰਤ ਦੀ ਝੋਲੀ 'ਚ ਪਾਤਸ਼ਾਹ ਜੀ ਸੰਗਤ ਰੂਪੀ ਉਹਦਾ ਜਿਹੜਾ ਰੂਪ ਹੈ, ਹਰ ਸੰਗਤ ਉਹਦੀ ਝੋਲੀ ਸੱਚੇ ਪਾਤਸ਼ਾਹ ਜੀ ਇਹ ਬਾਣੀ ਪਾਤੀ। ਔਰ ਮਹਾਰਾਜ ਕਹਿੰਦੇ ਆ ਸਦੀ 14ਵੀਂ ਕਹੇ ਮੇਰਾ ਪੂਰਾ ਹੋਇਆ ਅਹਿਦ। ਅਹਿਦ ਹੁੰਦਾ ਅਹਿਦਨਾਮਾ, ਅਕਰਾਰ, ਜਿਹੜਾ ਪਰਮਾਤਮਾ ਨੇ ਸਦੀ 14ਵੀਂ ਦੇ ਨਾਲ ਮੁਹੰਮਦ ਸਾਹਿਬ ਦੇ ਰਾਹੀਂ ਹੁਕਮ ਕੀਤਾ ਸੀ, ਉਹ ਪੂਰਾ ਹੋ ਗਿਆ। ਅਕਾਲ ਪੁਰਖ ਨੇ 14ਵੀਂ ਸਦੀ 'ਚ ਆਉਣਾ ਸੀਗਾ, ਉਹ ਆਏ, ਸਤਿਗੁਰ ਸ਼ਬਦ ਆਇਆ, ਸੰਸਾਰ ਨੂੰ ਇਹ ਉਪਦੇਸ਼ ਦੇ ਗਿਆ ਜਿਹੜਾ ਕਿ ਅਗਲੇ 4 ਸਾਲ, ਅਗਲੇ 4 ਯੁੱਗ ਚੱਲੇਗਾ। ਔਰ ਇਸ ਦਾ ਪ੍ਰਚਾਰ ਤੁਸੀਂ ਹੀ ਬਾਰ-ਬਾਰ ਜਨਮ ਲਓਗੇ, ਗੁਰੂ ਪੀਰ ਨਹੀਂ ਹੋਣਗੇ, ਔਰ ਤੁਸੀਂ ਇਸ ਦਾ ਪ੍ਰਚਾਰ ਕਰੋਗੇ। ਫਿਰ ਇਹ ਗੁਰਮੁਖੋ ਆਪਾਂ ਵੀ ਇਸ ਨੂੰ ਪੜ੍ਹਦੇ ਹਾਂ, ਸਾਨੂੰ ਵੀ ਇਹ ਸੋਚਣਾ ਚਾਹੀਦਾ ਕਿ ਸੱਚੇ ਪਾਤਸ਼ਾਹ ਇਸ ਦੇ ਵਿੱਚ ਸਾਨੂੰ ਆਖਿਆ ਗਿਆ। ਅਹਿਦਨਾਮਾ ਮੁਹੰਮਦ ਵਾਲਾ ਦੇ ਗਵਾਹੀ ਆ। ਮੁਹੰਮਦ ਸਾਹਿਬ ਦੇ ਨਾਲ ਪਰਮਾਤਮਾ ਨੇ ਵਾਅਦਾ ਕੀਤਾ ਸੀ ਕਿ ਮੈਂ ਮਾਤ ਲੋਕ 'ਚ ਆਵਾਂਗਾ। ਮੁਹੰਮਦ ਸਾਹਿਬ ਆਪਣੇ ਇੱਕ ਪੁਸਤਕ 'ਚ ਲਿਖਦੇ ਆ ਕਿ ਪਰਮਾਤਮਾ ਮਾਤ ਲੋਕ 'ਚ ਆਏਗਾ, ਮੈਂ ਵੀ ਹੋਵਾਂਗਾ, ਸਤਿਗੁਰ ਸ਼ਬਦ ਵੀ ਹੋਵੇਗਾ। ਲੇਕਿਨ ਉੱਥੇ ਉਹਨੇ ਇਹ ਆਖਿਆ ਪਹਿਲਾਂ ਆਏਗਾ
ਉਹ ਇਨਸਾਨੀ ਰੂਪ ਧਾਰਨ ਕਰਕੇ ਆਏਗਾ। ਫਿਰ ਉਹ ਨਿਰਗੁਣ ਧਾਰ ਹੋ ਜਾਏਗਾ। ਉਦੋਂ ਖੁਦਾਵੰਦ ਤੁਹਾਡਾ ਪਰਮਾਤਮਾ ਸਾਖਿਆਤ ਹੋਵੇਗਾ, ਪਰ ਉਸ ਦਾ ਚਿਹਰਾ ਨਹੀਂ ਪਛਾਣ ਸਕਾਂਗੇ। ਅਸੀਂ ਪਰਮਾਤਮਾ ਨੂੰ, ਇਹ ਜਿਹੜੀ ਸੰਗਤ ਬੈਠੀ ਆ, ਇਹਨਾਂ ਨੇ ਮਹਾਰਾਜ ਪੂਰਨ ਸਿੰਘ ਦੇ ਰੂਪ ਦੇ ਵਿੱਚ ਉਹਨਾਂ ਦਾ ਦੀਦਾਰਾ ਕੀਤਾ। ਔਰ ਬਾਣੀ 'ਚ ਬਹੁਤ ਸਾਰੀ ਵਡਿਆਈ ਮਹਾਰਾਜ ਪੂਰਨ ਸਿੰਘ ਜੀ ਦੀ ਆਉਂਦੀ ਆ ਕਿ ਪੂਰਨ ਵਿੱਚ ਸਮਾਇਆ। ਹੁਣ ਦੋਨੋਂ ਹੀ ਪੂਰਨ ਸੀਗੇ। ਇਹ ਨਹੀਂ ਕਹਿ ਸਕਦਾ ਮਹਾਰਾਜ ਪੂਰਨ ਸਿੰਘ ਪਰਮਾਤਮਾ ਸਮਾ ਗਿਆ ਜਾਂ ਪਰਮਾਤਮਾ ਮਹਾਰਾਜ ਪੂਰਨ ਸਿੰਘ ਸਮਾ ਗਿਆ। ਉਹ ਵੀ ਪੂਰਨ ਆ, ਉਹ ਵੀ ਪੂਰਨ ਆ। ਆਪਾਂ ਉਹਨਾਂ ਦੋਹਾਂ ਦੇ ਦਰਸ਼ਨ ਕੀਤੇ। ਔਰ ਮਹਾਰਾਜ ਕਹਿੰਦੇ ਆ 14ਵੀਂ ਸਦੀ ਕਹਿੰਦੀ, ਜੋ ਮੈਨੂੰ ਪਰਮਾਤਮਾ ਨੇ ਆਖਿਆ ਸੀ ਕਿ ਤੇਰੇ ਅੰਦਰ ਪਰਮਾਤਮਾ ਆਏਗਾ, ਉਹ ਮੇਰੀ ਆਸਾ ਮਨਸਾ ਪੂਰੀ ਹੋਏ ਉਮੀਦ ਹੈ। ਉਹ ਤੇ ਮੇਰੀ ਮਨਸਾ, ਉਹਨਾਂ ਜਨਮ ਲਿਆ, ਉਮੀਦ ਪੂਰੀ ਹੋ ਗਈ, ਪਰ ਇੱਕ ਉਮੀਦ ਹਜੇ ਪੂਰੀ ਨਹੀਂ ਹੋਈ। ਉਹ ਉਮੀਦ ਕਿ ਆਪਾਂ ਇਸ ਬਾਣੀ ਨੂੰ ਪੜ੍ਹਨ ਵਾਲਿਆਂ ਪਹਿਲਾਂ ਇਹ 'ਤੇ ਸਵੈਮ ਅਮਲ ਕੀਤਾ ਕਿ ਨਹੀਂ ਕੀਤਾ। ਇਹ ਜਗਤ ਦੀ ਭਾਸ਼ਾ ਕਿ ਇਹ ਉਮੀਦ ਉਹਦੀ ਪੂਰੀ ਹੋਈ ਕਿ ਨਹੀਂ ਹੋਈ। ਤ੍ਰਿਸ਼ਨਾ ਤ੍ਰਿਖਾ ਦੈ ਗਵਾਹੀਆ, ਗਵਾਹੀਆ ਸ਼ਬਦ ਹੋਣਾ ਚਾਹੀਦਾ, ਗਵਾਹੀ ਨਹੀਂ। ਅਗਰ ਆਇਆ ਪਰਮਾਤਮਾ ਤੇ ਜਿਹੜੀ ਸਾਡੀ ਜਗਤ ਦੀ ਤ੍ਰਿਸ਼ਨਾ ਆ ਉਹ ਬੁੱਝ ਜਾਣੀ ਚਾਹੀਦੀ। ਸਾਡੇ ਸਾਹਮਣੇ ਦਿੱਲੀ ਦੇ ਵਿੱਚ ਸਤਿਗੁਰ ਸ਼ਬਦ, ਜਿਨ੍ਹਾਂ ਦੇ ਬਾਰੇ ਇੱਕ ਲਿਖਤ ਹੈਗੀ ਆ, ਗੋਬਿੰਦ ਨੇ ਗੋਬਿੰਦ ਨਾਲ ਕੀਤਾ ਫਸਲ। ਗੋਬਿੰਦ ਕੌਣ? ਗੋਬਿੰਦ ਪਰਮਾਤਮਾ ਨੂੰ ਵੀ ਸੱਦਦੇ ਆ, ਗੋਬਿੰਦ ਸ਼ਬਦ ਦੀ ਧਾਰ ਨੂੰ ਵੀ ਸੱਦਦੇ ਆ। ਸਹੀ ਮਾਇਨਿਆਂ 'ਚ ਉਹ ਪਰਮਾਤਮਾ ਦਾ ਸਤਿਗੁਰ ਸ਼ਬਦ ਦਾ ਮੇਲ ਸੀ। ਸਤਿਗੁਰ ਪੂਰਨ ਸਿੰਘ, ਜਿਨ੍ਹਾਂ ਦੇ ਆਪ ਜੀ ਨੇ ਦੀਦਾਰੇ ਕੀਤੇ ਆ। ਬੰਧਨ ਆਪਣਾ ਦਿੱਤਾ ਪਾਈ ਆ, ਮੇਰੀ ਆਸਾ ਮਨਸਾ ਪੂਰੀ ਹੋਵੇ ਉਮੀਦ ਹੈ। ਤ੍ਰਿਸ਼ਨਾ ਤ੍ਰਿਖਾ ਦੇ ਗਵਾਈ ਆ, ਜਿਸ ਨੇ ਸ਼ਬਦ ਦੀ ਧਾਰ, ਕੌਣ? ਸਦੀ ਚਾਹੁੰਦੇ, ਜਿਸ ਨੇ ਸ਼ਬਦ ਦੀ ਧਾਰ ਮੈਨੂੰ ਕੀਤਾ ਕੈਦ। ਹੁਣ ਜੋ ਸਦੀ 14ਵੀਂ ਦਾ ਵਜੂਦ ਸੀ, ਉਹ ਤੇ ਮੁਹੰਮਦ ਸਾਹਿਬ ਦੀ ਖਾਸ਼ ਹੈ। ਉਹ ਸ਼ਬਦ ਦੇ ਅੰਦਰ ਕਲਮਬੰਦ ਹੈ। ਮੁਸਲਮਾਨ ਅੱਜ ਮੈਂ ਇੱਕ ਨਾਮਾ ਪੜ੍ਹਿਆ ਸੀ ਸ਼ਬਦ, ਮੁਸਲਮਾਨ ਮੁੱਠਾ ਇਸ ਤਰ੍ਹਾਂ ਕਰਕੇ ਸ਼ਬਦ ਸੀਗਾ ਨਿਊਜ਼ ਦੇ ਵਿੱਚ, ਮੁੱਲਾ ਮੁੱਠਾ। ਹੁਣ ਮੁੱਲਾ ਮੁੱਠਾ ਉਹਦਾ ਹੁਕਮ ਮੁਸਲਮਾਨ ਨੂੰ ਹੁੰਦੇ ਆ। ਮੁੱਲਾ ਦਾ ਸੰਗਠਨ ਜੋ ਮੁਹੰਮਦ ਸਾਹਿਬ ਨੇ ਆਖਿਆ ਸੀ ਉਹ ਨਹੀਂ ਕੀਤਾ। ਪੰਧ ਨੇ ਆਪਣਾ ਦਿੱਤਾ ਪਾਈ ਆ, ਜਿਸ ਕਾਰਨ ਆਇਆ ਮਹਿਜ਼, ਕਿ ਮਹਿਜ਼ ਮੈਨੇ ਕੇਵਲ ਹੁੰਦਾ ਉਰਦੂ 'ਚ, ਕਾਹਦੀ ਖਾਤਰ ਆਇਆ ਸੀਗਾ ਕਿ ਸਿੱਖਾਂ ਦੀ ਉਮੀਦ ਪੂਰੀ ਹੋ ਜਾਏ, ਤ੍ਰਿਸ਼ਨਾ ਪੂਰੀ ਹੋ ਜਾਏ। ਕਿ ਆਪਣੀ ਉਮੀਦ ਪੂਰੀ ਹੋਈ ਜੇ ਸਿਰਫ ਅਸੀਂ ਵੀ ਖਾਣ ਪੀਣ ਤੱਕ ਹੀ ਆਪਣੇ ਆਪ ਨੂੰ ਮਹਿਦੂਦ ਕਰ ਲਿਆ। ਮਹਿਜ਼ ਮੈਨੇ ਇਹ ਉਰਦੂ ਦਾ ਨਹੀਂ, ਇਹ ਪੰਜਾਬੀ ਦਾ ਸ਼ਬਦ ਹੈ। ਮਹਿਜ਼ ਇਹਦਾ ਉਰਦੂ ਦੇ ਵਿੱਚ ਮਹਿਜ਼ ਹੈ, ਇੱਥੇ ਮਹਿਜ਼ ਲਿਖਦੇ ਆ ਕੇਵਲ। ਮਹਿਬ ਆਪਣਾ ਹੁਕਮ ਵਰਤਾਈ ਆ, ਅਕਾਲ ਪੁਰਖ ਮਾਤ ਲੋਕ ਅੰਦਰ ਆਇਆ। ਸਦੀ 14ਵੀਂ ਦੇ ਵਿੱਚ ਆਉਣਾ ਸੀ ਉਸਨੇ। ਸਦੀ 14ਵੀਂ ਕਹਿੰਦੀ ਉਹ ਮੇਰਾ ਜੋ ਤ੍ਰਿਸ਼ਨਾ ਸੀ ਉਹ ਪੂਰੀ ਹੋ ਗਈ। ਉਹ ਆਇਆ ਕੇਵਲ ਆਪਣਾ ਹੁਕਮ ਵਰਤਾਉਣ ਲਈ। ਇਹ ਹੁਕਮ ਵਰਤਮਾਨ ਹੋਵੇਗਾ। ਮਹਿਲ ਕੇਵਲ ਆਪਣਾ ਹੁਕਮ ਵਰਤਾਈ ਆ। ਉਹ ਅਕਾਲ ਪੁਰਖ ਸਦੀ 14ਵੀਂ ਕਹਿੰਦੀ ਮਾਤ ਲੋਕ 'ਚ ਆਇਆ ਕੇਵਲ ਆਪਣਾ ਹੁਕਮ ਵਰਤਾਉਣ ਲਈ। ਫਿਰ ਇਹ ਗੁਰਮੁਖ ਜਨੋ ਆਪਣਾ ਧਰਮ ਬਣਦਾ ਕਿ ਜਦੋਂ ਆਪਾਂ ਬਾਣੀ ਪੜ੍ਹੀਏ, ਲਿਖਤ ਪੜ੍ਹੀਏ, ਸੰਗਤ ਇਕੱਠੀ ਹੋਈਏ,
ਆਪਾਂ ਕੇਵਲ ਸੱਚੇ ਪਾਤਸ਼ਾਹ ਦੀ ਬਾਣੀ ਦੇ ਅੰਦਰ ਜੋ ਉਹਨਾਂ ਸਾਨੂੰ ਤਲਕੀਨ ਕੀਤੀ ਆ, ਸਾਨੂੰ ਜੋ ਉਹਨਾਂ ਨੇ ਹਦਾਇਤ ਦਿੱਤੀ ਆ, ਉਹ ਪੜ੍ਹਿਆ ਕਰੀਏ। ਮਹਾਰਾਜ ਕਹਿੰਦੇ ਪੂਰਾ ਕਰੇ ਫਰਾਇਜ਼ ਫਰਜ਼ ਦੀ ਜਮ੍ਹਾਂ ਆ। ਸਾਡਾ ਫਰਜ਼ ਕੀ ਆ? ਅਸੀਂ ਬਾਣੀ ਪੜ੍ਹੀ ਆ। ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਸਾਡਾ ਫਰਜ਼ ਬਾਰ-ਬਾਰ ਪੰਕਤੀਆਂ ਦੇ ਅੰਦਰ ਅੰਕਿਤ ਕਰ ਦਿੱਤਾ ਆ ਕਿ ਸਾਡਾ ਜਿਹੜਾ ਫਰਜ਼ ਆ ਅਸੀਂ ਉਹਨੂੰ ਸਮਝਿਆ। ਜਿੱਥੋਂ ਬਾਣੀ ਸ਼ੁਰੂ, ਮੈਂ ਪਹਿਲਾਂ ਕਿਹਾ ਕਿ ਮਹਾਰਾਜ ਆਖਿਆ ਕਿ ਇਹ ਸ਼ਬਦ ਜਿਹੜਾ ਆ ਮੈਂ ਇੱਥੋਂ ਸ਼ੁਰੂ ਕਰਨ ਲੱਗਾ। ਗੁਰੂਆਂ ਪੀਰਾਂ ਪਰਮਾਤਮਾ ਦੀ ਉਸਤਤ ਕੀਤੀ ਔਰ ਸੱਚੇ ਪਾਤਸ਼ਾਹ ਆਪਣੇ ਹੁਕਮ ਦੀ ਕੀਤੀ। ਅੱਜ ਉਹ ਹੁਕਮ ਜਿਹੜਾ ਜਿਸ ਦੀ ਸੱਚੇ ਪਾਤਸ਼ਾਹ ਇਤਨੀ ਵੱਡੀ ਵਡਿਆਈ ਉਹਨੂੰ ਦਿੱਤੀ ਕਿ ਆਪਾਂ ਸਤਸੰਗ ਕਰਦੇ ਹਾਂ। ਕਦੀ ਆਪਾਂ ਇਹ ਵੀ ਸੋਚਿਆ ਕਿ ਬਾਣੀ ਦੇ ਅੰਦਰ ਅਸੀਂ ਸੁਣਿਆ ਕਿ ਫਿਰ ਅਸੀਂ ਉਸ ਨੂੰ ਕਮਾਇਆ ਵੀ ਕਿ ਨਹੀਂ ਕਮਾਇਆ? ਮਹੀਨਾ ਭਰ ਅਸੀਂ ਕਰ ਰਹਾਂਗੇ, ਅਸੀਂ ਉਸ ਨੂੰ ਕਮਾਉਂਦੇ ਕਿ ਨਹੀਂ ਕਮਾਉਂਦੇ? ਫਰਜ਼ੀ ਖੇਲ ਨਾ ਕੋਏ ਵਿਖਾਈ ਆ, ਇਹ ਝੂਠਾ ਖੇਡ ਨਹੀਂ ਸੀ। ਫਰਜ਼ੀ ਮੈਂ ਝੂਠਾ ਹੁੰਦਾ, ਫਰਾਇਜ਼ ਫਰਜ਼ ਦੀ ਜਮ੍ਹਾਂ। ਮੇਰਾ ਫਰਜ਼ ਕੀ, ਸਾਡਾ ਫਰਜ਼ ਕੀ? ਬਾਣੀ ਦੇ ਅੰਦਰ ਇਹ ਸਾਨੂੰ ਕੀ ਕਰਨਾ ਚਾਹੀਦਾ ਉਹ ਆ, ਇਹ ਝੂਠੀ ਨਹੀਂ ਗਈ। ਐਵੇਂ ਕਹਿ ਦੋ ਕਿ ਪਾਤਸ਼ਾਹ ਜੀ ਆਏ ਜੱਕੜ ਮਾਰ ਕੇ ਚਲੇ ਗਏ। ਫਰਜ਼ੀ ਖੇਲ ਨਾ ਕੋਏ ਵਿਖਾਈ ਆ, ਇਹ ਫਰਜ਼ੀ ਨਹੀਂ ਸੀ, ਐਵੇਂ ਢਕੌਂਸਲੇਬਾਜ਼ੀ ਨਹੀਂ ਸੀ। ਪਰਮਾਤਮਾ ਆਏ ਸਨ। ਮੇਰੀ ਦੁਹਾਈ ਕੋਈ ਨਾ ਸਮਝੋ ਹੁਕਮ ਨਾਜਾਇਜ਼। ਸਦੀ ਚੌਂਦ ਜੀ ਕਹਿੰਦੀ ਮੈਂ ਵਾਸਤਾ ਪਾਉਣੀ ਹੈ। ਨਾਜਾਇਜ਼ ਮੰਨਣ ਯੋਗ ਨਹੀਂ, ਇਹਨੂੰ ਕੋਈ ਮੰਨਣ ਯੋਗ ਸਮਝੋ, ਨਾ ਮੰਨਣ ਯੋਗ ਨਾ ਸਮਝਣਾ। ਯਾਨੀ ਇਹਨੂੰ ਜ਼ਰੂਰ ਮੰਨਣਾ ਹੀ ਮੰਨਣਾ ਆ। ਇਹ ਨਾ ਕਿ ਉਹ ਐਵੇਂ ਝੂਠਾ ਆ, ਇਹਨੂੰ ਛੱਡ ਦਿਓ, ਇਹਨੂੰ ਕਰਨ ਮੰਨ ਕੇ ਕੀ ਕਰਨਾ ਹੈ? ਨਾਜਾਇਜ਼ ਹੈ। ਫਿਰ ਅਸੀਂ ਅਮਲ ਕੀ ਕੀਤਾ? ਜਾਇਜ਼ਾ, ਉਹਨੂੰ ਉਰਦੂ 'ਚ ਜਾਇਜ਼ਾ ਸੱਦਦੇ ਆ ਕਿ ਮੈਂ ਕੰਮ ਕੀ ਕੀਤਾ, ਉਹਦਾ ਮੈਂ ਦੇਖਾਂ ਕਿ ਮੈਂ ਠੀਕ ਕੀਤਾ ਗਲਤ ਕੀਤਾ। ਜਾਇਜ਼ਾ ਲਏ ਥਾਂ ਥਾਈ ਹਰ ਆਤਮਾ ਦਾ। ਜਗ੍ਹਾ ਨਹੀਂ ਕਿ ਫਲਾਂ ਜਗ੍ਹਾ 'ਤੇ ਕੀ ਹੋਇਆ, ਫਲਾਣੀ ਆਤਮਾ ਦਾ। ਆਪਾਂ ਬਾਣੀ ਪੜ੍ਹ ਕੇ ਕੀ ਉਹਦੀ ਵਿਚਾਰ ਕੀਤੀ? ਹਰ ਇੱਕ ਦੀ ਆਤਮਾ 'ਚ ਸੱਚੇ ਪਾਤਸ਼ਾਹ ਜੀ ਸਵੈਮ ਆਣ ਕੇ ਵੇਖਦੇ ਹਨ ਕਿ ਅਸੀਂ ਕੀਤਾ ਕੀ ਆ। ਜਾਇਜ਼ਾ ਲਏ ਥਾਂ ਥਾਈ ਅਹਮ, ਜਿਸ ਦਾ ਹੁਕਮ ਹੋਣਾ ਰਾਇਜ ਹੈ। ਰਾਜ ਮੈਨੇ ਚਾਲੂ ਲਾਗੂ। ਜਿੱਥੋਂ ਸ਼ੁਰੂ ਹੈ ਕਿ ਜੋ ਸਦੀ 14ਵੀਂ ਨੂੰ ਆਖਿਆ ਸੀ ਕਿ ਤੇਰੇ ਅੰਦਰ ਪਰਮਾਤਮਾ ਆਏਗਾ, ਉਹ ਸੱਚ ਹੋਇਆ। ਉਹ ਪਰਮਾਤਮਾ ਮਾਤ ਲੋਕ 'ਚ ਆਇਆ ਔਰ ਉਹਦਾ ਹੁਣ ਨਤੀਜਾ ਕੀ ਕੱਢੇਗਾ? ਮਹਾਰਾਜ ਕਹਿੰਦੇ ਹਨ ਜਿਸ ਦਾ ਹੁਕਮ ਹੋਣਾ ਰਾਇਜ ਹੈ। ਆਰਜ਼ੂ ਮੇਰੀ ਲੇਖੇ ਪਾਈ ਆ। ਕੌਣ? ਸਦੀ 14ਵੀਂ। ਸਦੀ 14ਵੀਂ ਵੀ ਕਹਿੰਦੀ ਅਕਾਲ ਪੁਰਖ ਨੇ ਆਉਣਾ, ਇਮਾਮ ਮਹਿੰਦੀ ਨੇ ਆਉਣਾ, ਸਾਰੀ ਦੁਨੀਆ ਨੂੰ ਉਪਦੇਸ਼ ਦੇਵੇਗਾ, ਹੁਕਮ ਦੇਵੇਗਾ। ਉਹ ਕਰਨਗੇ ਕੀ? ਉਹਦਾ ਜਾਇਜ਼ਾ, ਉਹਦਾ ਤਖਮੀਨਾ ਕਿ ਕਿੱਥੋਂ ਤੱਕ ਲੋਕਾਂ ਨੇ ਉਹਦੀ ਪਾਲਣਾ ਕੀਤੀ, ਉਹ ਅਕਾਲ ਪੁਰਖ ਦੇਖੇਗਾ ਆਣ ਕੇ। ਅੰਤ ਕੱਢ ਕੇ ਜਾਏ ਨਤੀਜੇ ਦੀ ਜਮ੍ਹਾਂ। ਬਹੁਤ ਬਚਨ ਹੈ। ਅਸੀਂ ਇੱਕ ਹੋਈਏ ਤੇ ਚਲੋ ਅਸੀਂ ਹਰ ਸਵਾਸ ਦੇ ਨਾਲ ਨਤੀਜਾ ਸਾਡਾ ਨਿਕਲਦਾ, ਪਰ ਆਪਾਂ ਇੱਥੇ ਨਤੀਜੇ ਸਾਰੇ ਬਹੁਤ ਬਚਨ ਆ। ਇਹ ਨਾ ਆਖਿਓ ਕਿਸੇ ਇੱਕ ਲਈ ਇਹ ਬਾਣੀ ਉਚਾਰੀ ਗਈ ਆ, ਇਹ ਆਪਾਂ ਸਾਰਿਆਂ ਲਈ ਆ। ਸਾਰਿਆਂ ਨੇ ਇਹ ਬਾਣੀ ਪੜ੍ਹ ਕੇ ਸੁਣ ਕੇ ਅਸੀਂ ਇਸ ਦੇ ਉੱਤੇ ਕੀ ਕੰਮ ਕੀਤਾ, ਉਸ ਕੰਮ ਦਾ ਮੀਜ਼ਾਨ ਅਮਲ ਉਹ ਅਕਾਲ ਪੁਰਖ ਨੇ ਕਹਿਣਾ ਕਿ ਹਾਂ ਇਹ ਠੀਕ ਹੈ ਜਾਂ ਗਲਤ ਹੈ। ਅਸੀਂ ਕਿਸੇ ਨੂੰ ਧੋਖਾ ਦੇ ਸਕਦੇ ਹਾਂ, ਪਰ ਜਿਹੜਾ ਥਾਂ ਹਰ ਘਰ 'ਚ ਹਟਕਟ ਆਤਮਾ 'ਚ ਬਿਰਾਜਮਾਨ ਹੈ, ਉਹਨੇ ਹਰ ਪ੍ਰਾਣੀ ਦੇ ਕਰਮ ਨੂੰ ਕੀ ਜੋ ਸ਼ਬਦ ਲਿਖਿਆ ਗਿਆ ਉਹਦੇ ਮੁਤਾਬਕ ਅਸੀਂ ਕਰਮ ਕੀਤਾ ਕਿ ਨਹੀਂ ਕੀਤਾ, ਇਹ ਅਕਾਲ ਪੁਰਖ ਨੇ ਘੋਖਣਾ ਆ। ਆਪਾਂ ਸੱਚ ਦੇ ਧਾਰਨੀ ਬਣੀਏ ਕਿ ਨਹੀਂ ਬਣੇ, ਇਹ ਸੱਚੇ ਪਾਤਸ਼ਾਹ ਜੀ
ਨਤੀਜਾ ਕੱਢਣਗੇ। ਜੋ ਤੀਜੋ ਸਰੂਪ ਹੈ ਆਪ ਆਪਣੀ ਕਿਰਪਾ ਕਰ ਹੈ, ਕਰੇ ਖੇਲ ਸਾਚਾ ਹਰ ਹੈ। ਸੱਚ ਦਾ ਹੁਕਮ ਹੈ ਕੁਸਨ ਹੁਕਮ, ਇਹ ਪਹਿਲਾ ਪਾਤਸ਼ਾਹ ਆਖਿਆ ਕਿ ਇਹ ਜਿਹੜੇ ਆ ਫਰਜ਼ੀ ਨਹੀਂ ਕਿ ਹੁਕਮ। ਕਿਸੇ ਨੇ ਕਹਿਤਾ ਹਾਂ ਜੀ ਉਦੋਂ ਲਿਖਾਇਆ ਸੀ ਉਦੋਂ ਲਈ ਸੀ, ਉਦੋਂ ਸੀਗਾ ਉਦੋਂ ਲਈ ਸੀਗਾ ਨਾ, ਇਹ ਸੱਚ ਦਾ ਹੁਕਮ ਹੈ, ਸੱਚ ਪਰਮਾਤਮਾ ਦਾ, ਇਹ ਸਦਾ ਹੀ ਰਹਿਣ ਵਾਲਾ। ਅਸੀਂ ਇਹ ਨਹੀਂ ਕਹਿ ਸਕਦੇ ਉਦੋਂ ਸੀਗਾ ਠੀਕ ਅਤੇ ਅੱਜ ਨਹੀਂ ਠੀਕ। ਸੱਚ ਦਾ ਹੁਕਮ ਸੱਚ ਪਰਮਾਤਮਾ ਨੂੰ ਵੀ ਕਹਿੰਦੇ ਆ। ਸੱਚ ਦਾ ਹੁਕਮ ਇੱਕ ਸੁਣਾਈ ਆ, ਉਹਦਾ ਹੁਕਮ ਬਾਰ ਬਾਰ ਨਹੀਂ ਬਦਲਦਾ, ਉਹ ਇੱਕੋ ਹੁੰਦਾ ਆ। ਫਿਰ ਇਹ ਗੁਰਮੁਖ ਜਨੋ ਜਦੋਂ ਆਪਾਂ ਬਾਣੀ ਪੜ੍ਹੀਏ ਉਦੋਂ ਸਾਨੂੰ ਵਿਚਾਰ ਕਰਨੀ ਚਾਹੀਦੀ ਆ, ਇਹ ਕਿਸ ਪ੍ਰਥਾਏ ਕਿਉਂ ਆਇਆ। ਸਦੀ ਚੌਧਰੀ ਕਹੇ ਮੈਨੂੰ ਲਿਆ ਬੰਨ, ਬੰਧਨ ਦਿੱਤਾ ਪਾਈ ਆ। ਜਿੱਥੇ ਬੰਧਨ ਨੇ ਲਿਖਿਆ ਉਹ ਗਲਤ ਆ। ਬੰਧਨ ਦਿੱਤਾ ਪਾਈ ਆ, ਮੈਨੂੰ ਆਪਣੇ ਹੁਕਮ ਦੇ ਦਾਇਰੇ ਦੇ ਅੰਦਰ ਕੀਲ ਦਿੱਤਾ ਅਕਾਲ ਪੁਰਖ ਨੇ, ਮੈਂ ਉਸ ਤੋਂ ਬਾਹਰ ਨਹੀਂ ਜਾ ਸਕਦੀ। ਫਿਰ ਆਪਾਂ ਵੀ ਉਹਦਾ ਹੁਕਮ ਮੰਨਣਾ ਅਤੇ ਆਪਾਂ ਵੀ ਉਹਦੇ ਦਾਇਰੇ ਦੇ ਅੰਦਰ ਆ ਜਾਈਏ। ਮੇਰਾ ਸੰਦੇਸ਼ਾ ਸੁਣ, ਮੇਰਾ ਸੰਦੇਸ਼ਾ ਸੁਣੇ ਕੋਈ ਨਾ ਕੰਨ ਹੈ। ਕੀ ਆਪਾਂ ਵੀ ਇਸ ਤਰ੍ਹਾਂ ਕਰਦੇ ਹਾਂ? ਇੱਧਰੋਂ ਸੁਣਿਆ ਤਾਂ ਇੱਧਰ ਕੰਨ ਚੋਂ ਬਾਹਰ ਕੱਢ ਦਿੱਤਾ। ਸਦੀ ਚੌਧਰੀ ਉਮਤ ਲਈ ਆ। ਮੇਰਾ ਉਮਤ ਨੇ ਅੱਜ ਤੱਕ ਹੁਕਮ ਹੀ ਨਹੀਂ ਮੰਨਿਆ। ਸੁਣੇ ਕੋਈ ਨਾ ਕੰਨ ਹੈ, ਉਮਤ ਉਮਤੀ ਸਮਝ ਕਿਸੇ ਨਾ ਪਾਈ ਆ। ਉਮਤ ਹੁੰਦੀ ਆ ਫਾਲੋਅਰਸ, ਕਿਸੇ ਨੂੰ ਮੰਨਣ ਵਾਲੇ। ਮੁਹੰਮਦ ਸਾਹਿਬ ਦੀ ਉਮਤ, ਫਿਰ ਉਹਦੇ ਅੱਗੇ ਹੋਰ ਕਈ 84-85 ਉਹਦੇ ਫਿਰਕੇ ਬਣ ਗਏ। ਉਮਤ ਇੱਕ ਉਮਤੀ ਬਹੁਵਚਨ ਹੋ ਗਿਆ। ਮੇਰੀ ਉਮਤ ਵੀ ਜਿਹੜੇ ਮੈਨੂੰ ਮੰਨਦੇ ਅਤੇ ਜਿਹੜੇ ਗਾਂ ਸਾਧਾ ਸੰਤਾਂ ਨੂੰ ਮੰਨਦੇ ਆ। ਕਿਸੇ ਨੇ ਸੁਣਿਆ ਨਹੀਂ, ਸਮਝਿਆ ਨਹੀਂ। ਫਿਰ ਗੁਰਸਿੱਖੋ ਆਪਾਂ ਵੀ ਕੱਟਰ ਹੁੰਦੇ ਹਾਂ। ਆਪਾਂ ਵੀ ਇਸ ਵੇਲੇ ਜਗਤ ਕਰਕੇ ਅਸੀਂ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਉਮਤ ਆ। ਨਿਰਗੁਣ ਧਾਰ ਕਰਕੇ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ, ਔਰ ਜਗਤ ਕਰਕੇ ਅਸੀਂ ਸਤਿਗੁਰ ਪੂਰਨ ਸਿੰਘ ਦੀ ਉਮਤ ਆ। ਕੀ ਅਸੀਂ ਇਹ ਹੁਕਮ ਮੰਨਿਆ? ਉਮਤ ਉਮਤੀ ਸਮਝ ਕਿਸੇ ਨਾ ਪਾਈ ਆ। ਇਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸੇ ਵੀ। ਹੁਕਮ ਲਿਖਾਤਾ ਸਤਿਗੁਰਾਂ, ਪਰ ਸ਼ਾਇਦ ਸਾਡੇ ਲਈ ਬਚਨ ਹੈ ਮੋੜੇ ਗੁਰ ਕਾ ਪਾਈ। ਕੀ ਆਪਾਂ ਉਹਦੀ ਬਾਣੀ ਸੁਣ ਕੇ ਕੀ ਉਹਦੇ ਉੱਤੇ ਪਹਿਰਾ ਦਿੱਤਾ, ਜਾਂ ਅਸੀਂ ਕਹਿਤਾ ਸੁਣ ਲਿਆ ਐਸ ਕੋਲੋਂ ਇੱਧਰੋਂ ਕੱਢ ਦਿੱਤਾ, ਚਲੋ ਲੰਗਰ ਛਕਿਆ ਕਰਨ ਟੁਰ ਗਏ। ਮੈਂ ਇਸ਼ਾਰਾ ਦੇਵਾਂ ਤਾਰਾ ਚੰਦ ਹੈ। ਤਾਰਾ ਚੰਦ ਮੁਹੰਮਦ ਸਾਹਿਬ ਦਾ ਨਿਸ਼ਾਨ ਹੈ। ਚੰਦ ਸਤਾਰ ਰਹੀ ਦਰੜਾਈ ਆ। ਮੁਸਲਮਾਨ ਜਿਤਨੇ ਵੀ ਦੁਨੀਆ ਦੇ ਅੰਦਰ ਹੈ, ਇਹ ਨਹੀਂ ਕਿ ਸਿਰਫ ਅਰਬ ਦੇ ਵਿੱਚ ਜਿਹੜੇ ਵਸਦੇ, ਸਾਰੀ ਦੁਨੀਆ ਦੇ ਤਾਰੇ ਚੰਦ ਨੂੰ ਮੰਨਣ ਵਾਲੇ ਜਿਹੜੇ ਆ। ਚੰਦ ਸਤਾਰ ਰਹੀ ਦਰੜਾਈ ਆ। ਦਰੜਾਈ ਮੈਂ ਪਰਪੱਕ ਕਰਨਾ, ਪੱਕਾ ਕਰਨਾ, ਦ੍ਰਿੜ ਕਰਾਉਣਾ। ਮੈਂ ਆਪਣੇ ਸਾਰੀ ਉਮਤਾਂ ਨੂੰ, ਮੁਸਲਮਾਨਾਂ ਨੂੰ ਦ੍ਰਿੜ ਕਰਾਉਣਾ, ਪੱਕ ਕਰਾਉਣੀ ਹੈ। ਕਿ ਮੈਂ ਹੁਣ ਖੁਸ਼ੀ ਕਰਾਂ ਅਤੇ ਮੈਂ ਹੁਣ ਖੁਸ਼ੀ ਕਰਾਂ ਕਿ ਗਾਵਾਂ ਹਨ। ਸੱਚੇ ਪਾਤਸ਼ਾਹ ਸਾਡੀ ਕਰਨੀ ਵੀ ਦੇਖਦੇ ਹਨ। ਅਸੀਂ ਕਿੰਨਾ ਕੁ ਮੰਨਿਆ, ਕਿੰਨਾ ਨਹੀਂ ਮੰਨਿਆ। ਕੀ ਉਹ ਖੁਸ਼ ਹੁੰਦੇ ਹੋਣਗੇ ਕਿ ਮੇਰੇ ਸਿੱਖ ਮੇਰਾ ਹੁਕਮ ਮੰਨ ਲਿਆ, ਜਾਂ ਮੇਰੇ ਸਿੱਖ ਨਾਫਰਮਾਨੀ ਕਰਦੇ? ਮੈਂ ਇਸ਼ਾਰਾ ਦੇਵਾਂ ਤਾਰਾ ਚੰਦ ਹੈ। ਚੰਦ ਸਤਾਰ ਰਹੀ ਦਰੜਾਈ ਆ। ਮੈਂ ਹੁਣ ਖੁਸ਼ੀ ਕਰਾਂ ਕਿ ਗਮ ਹਾਂ। ਕਿਹੜਾ ਸੰਗ ਬਦਲਾਈ ਆ, ਕਿਹੜਾ ਰੰਗ ਬਦਲਾਈ ਆ। ਸਦੀ ਚੌਧਰੀ ਕਹਿੰਦੀ ਇਹ ਮੇਰੀ ਜਿਹੜੀ ਮੁਹੰਮਦ ਸਾਹਿਬ ਦੀ ਉਮਤ ਆ,
ਕੀ ਇਹ ਹੁਕਮ ਮੰਨਿਆ ਕਿ ਨਹੀਂ ਮੰਨਿਆ। ਅੱਜ ਸਾਡੇ ਅੰਦਰ ਵੀ ਪੜਚੋਲ ਕਰਨ ਦੀ ਲੋੜ ਹੈ। ਅਸੀਂ ਇੱਕ ਦੂਜੇ ਵੱਲ ਦੇਖ ਕੇ ਡਾਵਾਂਡੋਲ ਹੋ ਜਾਂਦੇ ਹਾਂ। ਉਹ ਤੁਹਾਡਾ ਕੀ ਕਹਿੰਦਾ, ਉਹ ਤੁਹਾਡਾ ਕੀ ਕਹਿੰਦਾ, ਉਹ ਕੀ ਕਹਿੰਦਾ। ਚੌਥੀ ਪਾਤਸ਼ਾਹੀ ਦਾ ਇੱਕ ਸ਼ਬਦ ਆ, ਉਹ ਮੈਨੂੰ ਭੁੱਲ ਗਿਆ। ਕਿਸੇ ਦਾ ਧੜਾ ਪਿੰਡ ਦੇ ਚੌਧਰੀ ਦੇ ਨਾਲ, ਕਿਸੇ ਦਾ ਧੜਾ ਰਿਸ਼ਤੇਦਾਰਾਂ ਨਾਲ, ਕਿਸੇ ਦਾ ਧੜਾ ਕਿਸੇ ਨਾਲ। ਇਸ ਤਰ੍ਹਾਂ ਦੇ 4 ਸ਼ਬਦ, ਹਰ ਸ਼ਬਦ ਦੇ ਬਾਅਦ ਮਹਾਰਾਜ ਮੋਹਰ ਲਾਉਂਦੇ, ਮੇਰਾ ਧੜਾ ਮੇਰਾ ਅਕਾਲ ਪੁਰਖ ਦੇ ਨਾਲ ਹੈ। ਆਪਾਂ ਧੜੇਬਾਜ਼ੀ ਨਹੀਂ ਦੇਖਣੀ ਕਿ ਕਿਹੜਾ ਸ਼ਖਸ ਹੈ ਜਿਹਨੂੰ ਮੈਂ ਖੁਸ਼ ਕਰਾਂ ਤੇ ਸ਼ਾਇਦ ਮੈਨੂੰ ਬੱਲੇ ਬੱਲੇ ਮਿਲੇਗੀ। ਆਪਾਂ ਇਹ ਦੇਖਣਾ ਸੱਚੇ ਪਾਤਸ਼ਾਹ ਕਈ ਚੀਜ਼ 'ਤੇ ਖੁਸ਼ ਹੁੰਦੇ ਆ, ਅਤੇ ਸੱਚੇ ਪਾਤਸ਼ਾਹ ਖੁਸ਼ ਹੁੰਦੇ ਜਿਹੜਾ ਉਹਦੇ ਹੁਕਮ ਦੀ ਪਾਲਣਾ ਕਰੇ। ਧੜਿਆਂ ਦੇ ਨਾਲ ਨਹੀਂ ਕਿ ਕਿੰਨੇ ਹੋ ਗਏ ਆਦਮੀ, ਕਿੰਨੇ ਨਹੀਂ ਹੋ ਗਏ। ਧੜਾ ਅਕਾਲ ਪੁਰਖ ਦੇ ਨਾਲ ਬਣਾ ਲਓ। ਬਾਣੀ ਪੜ੍ਹੋ, ਜੋ ਬਾਣੀ 'ਚ ਲਿਖਿਆ ਉਸ ਦੇ ਉੱਤੇ ਅਮਲ ਕਰਨਾ ਸ਼ੁਰੂ ਕਰ ਦਿਓ। ਕਿਉਂ? ਮੇਰੀ ਨਾ ਮਾਟੀ ਨਾ ਚੰਮ ਹਾਂ, ਸਦੀ ਚੌਧਰੀ ਕਹਿੰਦੀ, ਮੈਂ ਇੱਕ ਵਿਚਾਰ ਹਾਂ, ਸ਼ਬਦ ਦੀ ਧਾਰ ਹਾਂ, ਮੈਂ ਮਿੱਟੀ ਨਹੀਂ। ਜਿਵੇਂ ਉਹ ਗੁਰਬਾਣੀ 'ਚ ਮਿੱਟੀ ਮੁਸਲਮਾਨ ਕੀ ਪੇੜੇ ਪੇ ਘੁਮਿਆਰ ਕਲ ਭਾਂਡੇ ਇੱਟਾਂ ਕੀ। ਜਾਂ ਇਹ ਮਿੱਟੀ ਕਿਹੜੀ ਆ, ਚੰਗੇ ਥਾਂ ਦੀ ਮੰਦੇ ਥਾਂ ਦੀ। ਇਹ ਵਿਚਾਰਧਾਰਾ ਮਿੱਟੀ ਨਹੀਂ, ਕਿਹੜੇ ਪ੍ਰਾਣੀ ਦੀ ਆ, ਮੁਸਲਮਾਨ ਦੀ, ਹਿੰਦੂ ਦੀ, ਸਿੱਖ ਦੀ। ਕਿਹੜੇ ਪ੍ਰਾਣੀ ਦੇ ਅੰਦਰ ਇਹ ਵਿਚਾਰਧਾਰਾ ਜੋ ਪਹਿਲਾਂ ਅੰਕਿਤ ਕਰ ਦਿੱਤੀ ਉਹ ਆਈ ਆ। ਇਹ ਮਿੱਟੀ ਨਹੀਂ ਦੇਖਣੀ ਮੁਸਲਮਾਨ ਆ, ਇਹ ਹਿੰਦੂ ਆ, ਸਿੱਖ ਆ, ਈਸਾਈ ਆ। ਕਿਉਂ? ਮੇਰੀ ਨਾ ਮਾਟੀ ਨਾ ਚੰਮ ਹਾਂ, ਤਨ ਵਜੂਦ ਨਾ ਕੋਈ ਰਖਾਈ ਆ। ਮੈਂ ਹੱਸਾਂ ਕੇ ਰੋਵਾਂ ਛਮ ਛਮ ਹਾਂ। ਫਿਰ ਇਹਨਾਂ ਕੀ ਬਣ ਜਾਊਗਾ? ਅਸੀਂ ਰੋਈਏ ਪਿੱਟੀਏ, ਮੈਨੂੰ ਆਹ ਨਹੀਂ ਮਿਲਿਆ, ਮੈਨੂੰ ਆਹ ਨਹੀਂ ਮਿਲਿਆ, ਮੇਰਾ ਆਹ ਨਹੀਂ ਹੋਇਆ। ਕੀ ਮੈਂ ਅਗਰ ਇਹ ਕਿਸੇ ਚੀਜ਼ ਦਾ ਗਮ ਕਰਾਂ, ਅਫਸੋਸ ਕਰਾਂ, ਮੈਨੂੰ ਕੋਈ ਦੇ ਦੂਗਾ? ਮੈਨੂੰ ਕੋਈ ਕੁਛ ਨਹੀਂ ਦੇਗਾ। ਬੈਠਾ ਸੋਚਦਾ ਰਹਿਣਾ ਹੈ ਸੱਚੇ ਪਾਤਸ਼ਾਹ, ਹੁਣ ਤਾਂ ਤੈਂ ਲੈ ਹੀ ਜਾਣਾ। ਹੁਣ ਮੈਂ ਇੱਥੇ ਕਿਸੇ ਦੇ ਨਾਲ ਕੀ ਕਰਾਂ, ਪਿਆਰ ਕਰਾਂ ਨਾ ਕਰਾਂ। ਠੀਕ ਹੈ, ਜਗਤ ਕਰਕੇ ਮੈਂ ਰਹਿੰਦਾ ਆ, ਮੈਂ ਰੋਵਾਂ ਕਿ ਮੈਂ ਚੱਲ ਜਾਣਾ। ਜਾਂ ਮੇਰੇ ਰਿਸ਼ਤੇਦਾਰ ਮੇਰੀ ਬਹੁਤ ਹੈਲਪ ਕੀਤੀ ਆ, ਮੇਰੇ ਬੱਚੇ ਮੇਰੀ ਬੜੀ ਮਦਦ ਕਰਦੇ ਆ। ਮਹਾਰਾਜ ਕਹਿੰਦੇ ਨਹੀਂ ਭਾਈ ਨਹੀਂ, ਮੈਂ ਹੱਸਾਂ ਕਿ ਰੋਵਾਂ ਛਮ ਛਮ ਕਿ ਮੈਂ ਆਣ ਕੇ ਇੱਥੇ ਕੀ ਕਮਾਇਆ। ਜੇ ਕਮਾਉਣ ਵਾਲੀ ਗੱਲ ਕਰਨੀ ਦੇਵੇ, ਮਹਾਰਾਜ ਕਹਿੰਦੇ ਛਾਂ ਨੂਰ ਤੱਕਾ ਰੋਸ਼ਨਾਈ, ਆਪਣੇ ਅੰਦਰ ਉਸ ਪਰਮਾਤਮਾ ਦੀ ਜੋਤ ਦਾ ਪ੍ਰਕਾਸ਼ ਜੋ ਬਾਣੀ ਰੂਪ ਹੈ, ਗਿਆਨ ਰੂਪ ਹੈ, ਉਸ ਨੂੰ ਪੜ੍ਹਿਓ, ਉਸ ਨੂੰ ਸੋਚੋ ਕਿ ਮੈਂ ਇਸ ਸੰਸਾਰ ਦੇ ਵਿੱਚ ਆਣ ਕੇ ਕੀ ਕੀਤਾ ਹੈ। ਇਹ ਨਾ ਕਿ ਮੇਰੇ ਕੰਮ ਦੇ ਉੱਤੇ ਮੇਰੇ ਰਿਸ਼ਤੇਦਾਰ, ਮੇਰੇ ਬੱਚੇ ਠੀਕ ਆ, ਉਹ ਮੈਨੂੰ ਕੀ ਕਹਿਣਗੇ, ਮੇਰੇ ਰਿਸ਼ਤੇਦਾਰ ਕੀ ਕਹਿਣਗੇ, ਸੰਗਤ ਕੀ ਕਹਿਣੀ। ਇਹ ਕਹੋ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਹੁਕਮ ਦੀ ਕਿੱਥੋਂ ਤੱਕ ਪਾਲਣਾ ਕੀਤੀ ਔਰ ਅਵੱਗਿਆ ਕਿੱਥੋਂ ਤੱਕ ਕੀਤੀ। ਇਹਦਾ ਮੁੱਲ ਪੈਣਾ ਭਾਈ। ਇਹ ਕਿਸੇ ਦੇ ਸੰਸਾਰ ਦੇ ਅੰਦਰ ਜਾਣ ਵਾਲੇ ਨੇ ਚੱਲ ਜਾਣਾ, ਜਿੱਦਣ ਜਾਣਾ ਚੱਲੇ ਜਾਣਾ। ਫਿਰ ਕਿਉਂ ਨਾ ਮਹਾਰਾਜ ਦੀ ਬਾਣੀ ਨੂੰ ਪੜ੍ਹੋ, ਜੋ ਮਹਾਰਾਜ ਨੇ ਬਾਣੀ 'ਚ ਲਿਖਿਆ ਆਪਾਂ ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰੀਏ। ਜੋਤੀ ਜੋ ਸਰੂਪ ਹਰ ਹੈ, ਆਪ ਆਪਣੀ ਕਿਰਪਾ ਕਰ ਹੈ, ਕਰੇ ਖੇਲ ਸਾਚਾ ਹਰ ਹੈ। ਸਜਦਾ ਪਰਦਾ ਆਪ ਚੁਕਾਈ ਹਾਂ, ਸਦੀ ਚੌਧਰੀ ਕਹੇ ਮੇਰੇ ਹੱਥਾਂ ਬੱਧਾ ਤੰਦ ਹੈ। ਸਭ ਤੋਂ ਵੱਡਾ ਤੰਦ ਹੈ ਗੁਰਬਖਸ਼ ਨੂੰ ਇਹ ਬਾਣੀ ਆ। ਅਸੀਂ ਆ ਰੱਖੜੀ ਬਣਾਈ, ਸਾਰਿਆਂ ਨੇ ਹੱਥਾਂ ਨੂੰ ਬੰਨੀ ਹੋਵੇਗੀ, 5-7 ਦਿਨਾਂ ਨੂੰ ਤੋੜ ਕੇ ਸੁੱਟ ਦਿੱਤੀ। ਉਹਦਾ ਕੋਈ ਮੁੱਲ ਨਹੀਂ ਰਿਹਾ, ਕਿਸੇ ਨਾਲ ਹੀ ਸੁੱਟ ਦਿੱਤੀ, ਕਿਸੇ ਅੱਗੇ ਸੁੱਟ ਦਿੱਤੀ। ਇਹਦਾ ਮੁੱਲ ਹੈ ਇਹ ਤੰਦ, ਇਹ ਡੋਰੀ ਜੋ ਸੱਚੇ ਪਾਤਸ਼ਾਹ ਬੰਨ੍ਹ ਦਿੱਤੀ ਆ, ਇਹ ਇਸ ਤਰ੍ਹਾਂ ਨਹੀਂ ਟੁੱਟਣ ਵਾਲੀ। ਸਦੀ ਚੌਧਰੀ ਕਹੇ ਮੇਰੇ ਹੱਥਾਂ ਬੱਧਾ ਤੰਦ ਹੈ, ਬਿੰਤਨ ਦੀ ਝੋਲੀ ਪਾਈ ਆ, ਬਿੰਤਨ ਦੀ ਡੋਰੀ ਪਾਈ ਆ। ਇਹ ਤੰਦ ਇਹ ਨਹੀਂ ਕਿ ਅਸੀਂ ਭਗਤਵਾਰ 'ਚ ਆ ਗਏ ਹਾਂ,
तंद भज गया। तंद भजा आत्मा नूं इस शब्द की तार करके। बिन तंदी डोरी पाई यहा, ते तंद बदलने वाला कौन है? अज मैं हसता सी, बीबियां आईयां, उन्हें मौली आटा लिया, लिया तो किसी ने एक तंद, किसी ने 2 तंद पा लिया। पैसे देन लगे ज़्यादा दे, मन दुखी हुआ भी हाँ उन्होंने आ जरा 2 पैसे का तंद आंदा वो बन दिता, वो दूजा नोट लै गई। पर जड़ा तंद सच्चे पातशाह बनया भाई, उत्थे पैसे नहीं चलते। महाराज कहते बिन तंदी डोरी पाई यहा, मेरा मालिक बड़ बख्शांदा। जिसने ये धार बन्नी आ, उन्हें की आख्या सी, ये जिन्ने बैठे आ, ये भगत आ, इन्हां दी जिम्मेवारी सच्चे पातशाह लै ली। जिन्होंने ये बन्निया उन्होंने एको ही कहता, जग दे तंद सारे बन्ने होंगे। किसी ने कहा गुग्गे वाले दिन ला दो, किसी ने कहा इन्ने दिन बाद ला दो, इन्ने दिन बाद ला दो। ये तंद बजाया इदां नहीं टुटने। मेरा मालिक बड़ बख्शंद है, मेर रहमान। एक अखवाइया रहमान मेहरबान नूं सददे आ, राम रहीम रहमान आदि ये उर्दू के शब्द है, फारसी दे। मेरा मालिक बख्शंद है, असीं छिन छिन भुल्लण हारिया, वो दयावान है। मार के मेरे पिछे आया पंद है, बहरीन दी है। उत्थे घटना आ गई, चलो मैं नहीं दसदा उस दिन क्या होया सीगा कि उत्थे कोई झगड़ा भी हो गया सीगा। पहला पातशाह कहा मैंने कोई सच्चे पातशाह नहीं कहेगा, जिन्हें मेरे नाल आया मैंने जालिम कह के पुकार नहीं, इत्यादि शब्द वर्त दिते। ये लिखा के कहने लगे बस। मैं कह आ चक्को रजिस्टर, आ चक्को पेंसिल, मेरी भी बस। मैंने उत्थे बंदरिया तो उतार दे, मैं चलिया वापस। राह दे विच कोई लड़ाई झगड़ा भी करना पिया, रब सीगा मेरा मालिक सीगा। मैंने कहना बस कर दी तो फिर सानू कल नहीं नाल लै चलिया, घर भेज दे। कहने लगे लिया रजिस्टर पढ़ के मेरे को पिया, जन देखना उत्ते पूरन सिंह वड्डा ना लिख के कट के। कहने लगे हुण ठीक है। मैं कहा हाँ जी हुण जान लूँगा, ना लिखूँगा भी। जिस रहमान दे नाल रहमत करने वाले दे नाल गए, जे ਉਹਦੇ ਅੱਗੇ लड़के ये ना कहा साड़ी भुल बख्शा, तो जे एवें बैठे रहे बाकियां वकरा। आखो अगर भुल की है सच्चे पातशाह सानू बख्श ला। मार के मेरे पिछे आया पंद है, कौन कहती सदी 14 सारी अगे लिखत वो मुताबिक आएगी। पांधी हो के भज्या वाहो दाई आ, ना कोई झगड़ा ना कोई जंग, तू लड़न लई थोड़ी है, ना मैं लड़। ठीक है असी इंसान हैं, असी गुनाह नहीं करांगे तो फिर सानू बंदा कौन कहूगा? बंदे ने तो गुनाह करना ही करना, पर जान बुझ के ना करो भी मैं एक जरूर करना हुंदा है। ਉਹਦੇ अगे बेनती करो परमात्मा दे, ना कोई झगड़ा ना कोई जंग है। साडी जंग कादी है? शहरा दी। उत्थे आ कर दे, उत्थे आ कर दे। बाणी के अंदर बड़े हुक्मनामे हैं भाई। जेड़ा जिस दिन तुसी बैठे जे उन्होंने पढ़ते जे, उस दिन वो कर लो। जे कह दो पहले दिन असीं आ कीता ते अज नहीं असीं करना भाई। हुक्म तो हुक्म ही आ, जो उस दिन सामने आ गया उसकी पालना कर लो। ना कोई झगड़ा ना कोई जंग है, शरा शरीयत ना कोई रखाई है। शरा होंदी जिहड़ी असी जीव प्राणी बनते हैं। शरा शरीयत मुसलमानों का कानून जो मुल्ला बनाते हैं, वो शरा आ। ये जिहड़े शरा कानून बन गए, हे गुरमुख जनों, ये तुसां दे नहीं।
तुसां ਲਈ यही कानून है। ना कोई झगड़ा ना कोई जंग है, शरा शरीयत ना कोई रखाई है। ये ना कहना भी उत्थे जावांगे तो ताइयों कल्याण हो, उत्थे नहीं जावांगे। बाणी पढ़ो, जो बाणी लिखिया ਉਹਦੇ ਉੱਤੇ अमल करने ਦੀ सच्चे पातशाह को रहमत मंग लेना। लेखा जाने अंधेरा अंध है, कई हनेरे साडे को, कई की अनेकां असीं औगण करते हैं, हनेरे च करते हैं, सोचनी ना करते हैं। दूजे दे मुतलक असीं की सोचिया, असीं इस तरह के औगण सारे करते हैं, हर वेले करते हैं। महाराज कहते हैं ना कोई झगड़ा ना कोई जंग है, शरा शरीयत। जिवें आपां इत्थे दे 5-6 महीने पहलां देखिया, आओ सिख बन के आओ इत्थे। किसी सिख नूं इत्थे ममानत नहीं हो सकती, गुरु बन के आओ नहीं, क्योंकि इस धर्म के अंदर एक अकाल पुरख तो बिना दूसरे नूं नमस्कार नहीं करनी। हर बाणी के अंदर तो सैकड़ियां वारी शब्द आया। जे फिर भी कोई कहे मैं इत्थे गुरु बन के आवां तो ये दरबार उहदे लई नहीं, जिथे वो गुरु बनता उत्थे जाके बने। ना कोई झगड़ा ना कोई जंग है, शरा शरीयत ना कोई रखाई है। लेखा जाने अंधेर अंध है, कई अंध अज्ञानता दे विच भी असीं बहुत कुछ कर जाने। अंध अज्ञान फूल फलाई आ, ਉਹਨੂੰ भी देखदा है कि इन्हें जान बुझ के कीता कि नहीं कीता, ਉਹਨੂੰ भी फूल लैंदा है। जिसने सुंझी कीती जगत से जा पड़ांग, आत्म पड़ांग। महाराज शेर सिंह दा तन वजूद, जिसने महाराज शेर सिंह दा तन वजूद तज्या, ये जगत की सेजा जिहड़ी आ ये वो छड्ड गया। जे जगत सेजा नूं छड्ड गया तो सिखां नूं आख्या कि तुसीं निर्गुण दा ही पूजन करना, तो फिर सेज काहदे लई डाउंदे जी? कल ही मंजे पीढ़ियां डाउंदे जी। जिसने सुनी कीती जगत सेजा पड़ांग, धरनी धरत धवल आसन लाई। धरनी पंज तत्त दा शरीर है, हुण वो शरीर के अंदर है, हुण बाहर दे जगत पाइयां दे नहीं बहन वाला। आसन लाई मेरे सीने पावे ठंड। वो जड़ा इस तन वजूद के अंदर आत्म सेजा ते बैठा, सदी चौधरी कहती ਉਹਨੂੰ पूजन के नाल मेरे सीने ठंड पैंदी है। आपां फोटों नूं मत्था टेकदा, बड़ा दूजा शोर पिया उत्थे, फोटोआं ला दित्तियां। ये सिंघासन नहीं लाते, इसका शोर मच गया। इत्थे तो इन्हां चीज़ों का खंडन कर दिता सच्चे पातशाह जी। अगली दात देवे वंड है, वंडनहार एक अखवाई है। ज्योति जो स्वरूप हरिया अपनी कृपा कर है, करे खेल साचा हर। सजदा पर्दा आप चुकाई यहाँ, सदी चौधरी के मैं गई भगत द्वारे। इत्थे आई सी या जेठू आ गई सी। ये जहाज़ के उत्ते लिखत हो रही आ, भगत द्वारा गुरमुखा तुसां गुरमुखो तुसां दा पंज तत्त आ, तुसीं की करदे, आपां की करदे। उन्हें ये नहीं देखना कि बाहरले बाहरमुखी की ना किया। महाराज कहते हैं सदी चौधरी कहे मैं गई भगत द्वारे, भगतां वेख के खुशी मनाई। हक इन्हां नूं दे के भगतां नूं, ठगां चोरां नूं नहीं। वो अपने शरीकां नूं देख के खुश नहीं हुंदा। जेड़े किहड़े भगत जेड़े प्रेम विच, जेड़े प्रेम विच लावण जयकार, वो भगत प्रेम विच कहते
चलो जी आए हैं तो गेट ते भी आप लाने, इत्थे भी लाने आ, लंगर च भी लगते आ, समाप्ति ते भी लगते आ। कि उस वेले साडे अंदर प्रेम हुंदा जाके असीं एक खाना पूर्ति करते हैं। लावण जयकारे तू मेरा मैं तेरा, जिस वेले जयकारा लाने आ ध्यान नहीं हुंदा सच्चे पातशाह दे चरणों वाले, उस वेले कहदा जयकारा हुंदा। हो जयकारा लाओ उस वेले सच्चे पातशाह जी सरनों धारदा, हे गुरमुख जनों ध्यान धरिया करो। तू मेरा मैं तेरा ढोला गाई, किहनूं कहना? फोटोआं देख के, कई लोग फोटोआं देख के कहते सी। वो आत्म सेजा ते कौन बैठा? उत्थे ना महाराज पूरन सिंह दा पंज तत्त, ना महाराज शेर सिंह दा पंज तत्त। उत्थे जोत शब्द धार है, जो बाणी च लिखिया। असी जयकारा बोलते सो महाराज शेर सिंह विष्णु भगवान दी जय, ये तो किसी पंज तत्त दा जयकारा नहीं गा। असी फिर जयकारा कई फोटो रख के हुण लंगरां नूं भोग लवाउंदे, गलत करते हैं। तू मेरा मैं तेरा ढोला गाई यहाँ, फिर किहनूं कहिए? दर्शन दे प्रीतम प्यारे, उस निर्गुण निकार नूं कहा सच्चे पातशाह हुण मैनूं दर्शन दे। ते जिहड़ा चला गया मर गया वो दर्शन देण नहीं आएगा। गुरबाणी भी ये कहती, हरबाणी भी ये कहती है। फिर जिहड़ा जम्मिया मरिया ही नहीं, जो शब्द ही धारिया, ਉਹਦੇ ਅੱਗੇ ਬੇਨਤੀ ਕਰਿਆ ਕਰੋ ਸੱਚੇ ਪਾਤਸ਼ਾਹ ਮੈਨੂੰ ਆਪਣਾ ਦੀਦਾਰ ਦੇ। ਦਰਸ਼ਨ ਦੇ ਪ੍ਰੀਤਮ ਪਿਆਰੇ, ਨੈਣ ਮੀਟ ਵੇਖਣ ਚਾਹੀਂ ਚਾਹੀਂ ਆਹ। ਕਦੇ ਜੋਤ ਦੇ ਤੱਕਣ ਚਮਤਕਾਰੇ। ਜੋਤ ਦੇ ਠੀਕ ਆ, ਸਾਡੇ ਅੰਦਰ ਆਉਂਦਾ ਮਹਾਰਾਜ ਪੂਰਨ ਸਿੰਘ ਦਾ ਚਿੱਤਰ ਤੇ ਨਹੀਂ ਆਉਂਦਾ, ਲੇਕਿਨ ਉਹ ਖੇਡ ਕਰਦਾ ਦਿਸਦਾ ਜ਼ਰੂਰ ਹੈ ਆਤਮ ਕਰਕੇ। ਹੁਣ ਜੇ ਅਸੀਂ ਕਹੀਏ ਚਿੱਤਰ ਦੇਖੀਏ ਤਾਂ ਇੱਥੇ ਆਉਂਦੇ ਸੀ ਮਹਾਰਾਜ, ਲੇਕਿਨ ਅੱਜ ਇੱਥੇ ਮੈਂ ਬੈਠਾ ਹਾਂ, ਇੱਥੇ ਟੇਬਲ ਲੱਗਾ ਹੋਇਆ ਸੀ, ਟੇਬਲ ਦੇ ਉੱਤੇ ਕੁਝ ਫੋਟੋਆਂ ਸੀ। चार भिखारी चौक कोने ते बैठे सी, मैं इत्थे पातशाह चरणों च बैठा। पातशाह टेबल दे नाल कुल्ले दा सहारा लैके उत्ते बैठे सी। हुण कहिए मैनूं उस रूप च दर्शन देना? नहीं, तू आया सी इत्थे, तेरी संगत भी सी नाल, तू भी सी नाल। उस रूप नूं अपने अंदर जिहड़ा कि निराकार आ, उहनूं अपने अंदर लियाउण दी कोशिश करो। ते महाराज कहते आ मेरे महबूब प्यारे, हे मेरे महबूब, मेरे सज्जना मैनूं दीदार दे। कल परसों सुदामे दा टीवी ते आ रहा सीगा। सुदामा अपनी संगत विच सच्चे पातशाह महाराज पूरन सिंह जी दे चाचा जी सरदार स्वर्गवासी सुंदर सिंह, ਉਹਦਾ ਸੁਪੁੱਤਰ ਸਰਦਾਰ ਪ੍ਰੀਤਮ ਸਿੰਘ ਸੀ। ਸੁਦਾਮਾ ਸੀ, ਬੜੀ ਦੂਰ ਹੋ ਗਿਆ, ਮਥੁਰਾ ਦੇ ਲਾਗੇ ਛਾਗੇ ਕਿਤੇ ਰਹਿੰਦਾ ਹੋਵੇਗਾ, ਕਿਉਂਕਿ ਇੱਥੇ ਕਿਤੇ ਕ੍ਰਿਸ਼ਨ ਮਹਾਰਾਜ ਪੜ੍ਹਦੇ ਸਨ, ਉਹ ਵੀ ਕਿਤੇ ਲਾਗੇ ਛਾਗੇ ਪੜ੍ਹਦਾ ਸੀ। ਇੱਥੋਂ ਗੁਜਰਾਤ ਕਾਠੀਆ ਪੜ ਗਏ। ਉਹਦਾ ਪਿਆਰ ਦੇਖ ਕੇ ਕ੍ਰਿਸ਼ਨ ਮਹਾਰਾਜ ਨੂੰ ਵੀ ਇੱਕ ਆਪਣੇ ਵਰਗਾ ਹੋਰ ਰੂਪ ਧਾਰਨ ਕਰਕੇ ਉਹਦੇ ਨਾਲ ਤੁਰਨਾ ਪਿਆ, ਜੋ ਇਤਿਹਾਸ ਪੁਰਾਣਾ ਕਹਿੰਦਾ ਹੈ। ਫਿਰ ਇੱਕ ਗੁਰਬਾਣੀ 'ਚ ਇੱਕ ਸ਼ਬਦ ਆਉਂਦਾ, ਜਿਸ ਵੇਲੇ ਉਹਨੂੰ ਸੁਦਾਮੇ ਨੂੰ ਅੰਦਰ ਨਹੀਂ ਵੜ ਦਿੱਤਾ, ਮੈਲੇ ਕੁਚਾਰੇ ਕੱਪੜੇ, ਦੂਰੋਂ ਦਰਾਡੋਂ ਗਿਆ ਨੰਗੇ ਪੈਰ। ਜਿਹੜੇ ਗੇਟ ਕੀਪਰ ਸੀ ਉਹਨਾਂ ਨੂੰ ਮੋੜ ਦਿੱਤਾ ਕਿ ਨਹੀਂ ਤੈਨੂੰ ਨਹੀਂ ਮਿਲਣਗੇ। ਉਹ ਮੁੜ ਪਿਆ,
ਗੁਰਬਾਣੀ ਕੇ ਨੰਗੇ ਪੈਰੀ ਕ੍ਰਿਸ਼ਨ ਮਹਾਰਾਜ ਆਪਣੇ ਸਿੰਘਾਸਣ ਤੋਂ ਉੱਠ ਕੇ ਭੱਜੇ, ਜਾ ਕੇ ਦੂਰੋਂ ਜਾ ਕੇ ਸੁਦਾਮੇ ਨੂੰ ਮੁੜੇ ਜਾਂਦੇ ਨੂੰ ਮੋੜ ਕੇ ਲੈ ਕੇ ਆਏ। ਆਪਾਂ ਜਕਾਰੇ ਬੋਲਦੇ ਆ, ਆਪਾਂ ਨਹੀਂ ਬੇਨਤੀ ਕਰ ਸਕਦੇ ਸੱਚੇ ਪਾਤਸ਼ਾਹ ਦਇਆ ਕਰੋ। ਤੇਰੇ ਨਾਂ ਦੇ ਜਕਾਰੇ ਲਾਉਣੇ ਆ, ਤੇਰੇ ਲੰਗਰ ਦੇ ਜਕਾਰੇ ਆ, ਇਹਨੂੰ ਅੰਮ੍ਰਿਤ ਬਣਾ ਦੇ, ਇਹਨੂੰ ਭੋਗ ਲਾ ਦੇ। ਫਿਰ ਆਪਾਂ ਕਿਉਂ ਹਿਚਕਿਚਾਉਂਦੇ? ਅਗਰ ਪੁਰਾਣੇ ਭਗਤਾਂ ਦੀ ਲਿਖਤ ਬਾਣੀਆਂ 'ਚ ਹੈਗੀ ਆ ਅਤੇ ਹੁਣ ਉਹਨੂੰ ਸਾਕਾਰ ਕੀਤਾ, ਉਹਨੂੰ ਆਪਣੇ ਨਾਲ ਪ੍ਰੀਤਮ ਸਿੰਘ ਬਣਾ ਕੇ ਲੈ ਕੇ ਆਏ। ਅਤੇ ਤੁਸੀਂ ਵੀ ਭਗਤ ਜਨ ਜੀ, ਚਾਹੇ ਸੱਚੇ ਪਾਤਸ਼ਾਹ ਜੀ ਦੇ ਜਾਮੇ ਦੱਸੇ ਹੋਣ ਜਾਂ ਨਾ ਦੱਸੇ ਹੋਣ, ਲੇਕਿਨ ਜਿਹਨਾਂ ਨੂੰ ਆਪਣੇ ਚਰਨਾਂ ਨਾਲ ਜੋੜ ਲਿਆ, ਪਾਤਸ਼ਾਹ ਜੀ ਕਹਿੰਦੇ ਦਰਸ਼ਨ ਦੇ ਪ੍ਰੀਤਮ ਪਿਆਰੇ, ਨੈਣ ਮੀਟ ਵੇਖਣ ਚਾਹੀਂ ਚਾਹੀਆਂ, ਅੱਖਾਂ ਮੀਟ ਕੇ ਕਹੋ ਸੱਚੇ ਪਾਤਸ਼ਾਹ ਸਾਹਿਬ। ਔਰ ਉਹਦੇ ਵਿੱਚ ਇਹ ਕਿਹਾ ਜਾਂਦਾ, ਰਸਤੇ ਦੇ ਵਿੱਚ ਹੀ ਸ੍ਰੀ ਕ੍ਰਿਸ਼ਨ ਜੀ ਨੇ ਆਪਣੇ ਸੱਤ ਸਰੂਪ ਦਾ ਸੁਦਾਮੇ ਨੂੰ ਵੀ ਦਰਸ਼ਨ ਦਿੱਤਾ ਸੀ। ਫਿਰ ਕਿਉਂ ਨਹੀਂ ਆਪਾਂ ਵੀ ਕਹਿੰਦੇ ਸੱਚੇ ਪਾਤਸ਼ਾਹ ਅਸੀਂ ਤੇਰਾ ਜਕਾਰਾ ਬੋਲਣ ਲੱਗੇ ਹਾਂ, ਸਾਡੇ 'ਤੇ ਕਿਰਪਾ ਕਰੀ, ਸਾਨੂੰ ਵੀ ਦਰਸ਼ਨ ਦੇ ਦੇ। ਅਸੀਂ ਸਿਰਫ ਮੂਰਤੀਆਂ ਦਾ ਦਰਸ਼ਨ ਕਰਨ ਨੂੰ ਤਿਆਰ ਹੋ ਗਏ ਹਾਂ। ਮਹਾਰਾਜ ਕਹਿੰਦੇ ਹਨ, ਦਰਸ਼ਨ ਦੇ ਪ੍ਰੀਤਮ ਪਿਆਰੇ, ਨੈਣ ਮੀਟ ਵੇਖਣ ਚਾਹੀਂ ਚਾਹੀਆਂ, ਕਦੇ ਜੋਤ ਦੇ ਝਲਕਣ ਚਮਤਕਾਰੇ। ਕਦੀ ਮਹਾਰਾਜ ਸ਼ੇਰ ਸਿੰਘ ਜਿਹਨਾਂ ਦੇਖਿਆ ਹੈ, ਜਿਹਨਾਂ ਮਹਾਰਾਜ ਸ਼ੇਰ ਸਿੰਘ ਤੱਕਿਆ, ਇਹਨਾਂ ਨੇਤਰਾਂ ਨਾਲ ਕਦੀ ਉਹਦਾ ਦਰਸ਼ਨ ਹੋਊਗਾ। ਜਿਹਨਾਂ ਕਦੀ ਸਤਿਗੁਰ ਪੂਰਨ ਸਿੰਘ ਦਾ ਦਰਸ਼ਨ ਕੀਤਾ, ਕਦੀ ਉਹਦਾ ਦਰਸ਼ਨ ਹੋਊਗਾ। ਤੇਰਾ ਨਹੀਂ ਹੋਊਗਾ, ਜੋਤ ਦਾ ਹੋਏਗਾ। ਮੰਗੋ ਉਹਦੇ ਕੋਲੋਂ ਮੰਗ। ਸੱਚੇ ਪਾਤਸ਼ਾਹ ਅਸੀਂ ਇਕੱਤਰ ਹੋਏ ਹਾਂ, ਸਾਡਾ ਵੀ ਇਹ ਤੀਜਾ ਨੇਤਰ ਖੋਲ੍ਹ ਦਿਆ ਕਰ, ਸਾਨੂੰ ਵੀ ਆਪਣਾ ਦਰਸ਼ਨ ਦੇ ਜਾਇਆ ਕਰ। ਕਦੀ ਕਦੀ ਨੈਣ ਮੀਟ ਵੇਖਣ ਚਾਹੀਂ ਚਾਹੀਆਂ, ਕਦੇ ਜੋਤ ਦੇ ਤੱਕਣ ਚਮਤਕਾਰੇ। ਕਦੇ ਮਹਾਰਾਜ ਪੂਰਨ ਸਿੰਘ ਜੋਤ ਪ੍ਰਵੇਸ਼ ਇਤਨਾ ਚੁੱਕ ਜਾਂਦੇ ਸਨ, ਜਿਵੇਂ ਮਹਾਰਾਜ ਸ਼ੇਰ ਸਿੰਘ ਦਾ ਸਰਵ ਸਰੂਪ ਚੁੱਕਦਾ ਸੀ। ਉਹ ਬਾਣੀ ਦੇ ਅੰਦਰ ਕੇ ਜੋਤ ਦਾ ਤਾਪ ਨਹੀਂ ਸੀ ਪੰਜ ਤੱਕ ਚੱਲ ਸਕਦੀ, ਇਸ ਲਈ ਉਹਨਾਂ ਦਾ ਸਰੀਰ ਇਹ ਜਿਹੜਾ ਚੁੱਕ ਜਾਂਦਾ ਸੀ, ਉਹ ਚੁੱਭ ਜਾਂਦਾ ਸੀ। ਔਰ ਲੋਕ ਕੀ ਕਹਿੰਦੇ, ਝੋਲਾ ਹੋ ਗਿਆ। ਬਾਣੀ 'ਚ ਸ਼ਬਦ ਝੋਲਾ ਵਰਤਿਆ, ਬਿਮਾਰੀ ਹੁੰਦੀ ਹੈ। ਪਰ ਉਹ ਤਾਂ ਪੰਜ ਤੱਤ ਹੁੰਦਿਆਂ ਹੋਇਆਂ ਵੀ, ਇੱਕ ਅਲੌਕਿਕ ਤਨ ਪੰਜ ਤੱਤ ਹੁੰਦਿਆਂ ਹੋਇਆਂ ਵੀ ਉਹ ਜੋਤ ਸ਼ਬਦ ਦੀ ਧਾਰ ਦਾ ਤਾਪ ਨਹੀਂ ਸੀ ਚੱਲ ਸਕਦੇ, ਇਸ ਲਈ ਉਹ ਸਰੀਰ ਝੂਮਦੇ ਰਹਿੰਦੇ ਸੀ, ਉਹ ਡਲਕ ਮਾਰਦੇ ਰਹਿੰਦੇ ਸੀ। ਕਦੀ ਉਹ ਦਰਸ਼ਨ ਹੋ ਜਾਣ ਮਹਾਰਾਜ ਪੂਰਨ ਸਿੰਘ ਦੇ ਰੂਪ ਕਰਕੇ, ਕਦੀ ਮਹਾਰਾਜ ਸ਼ੇਰ ਸਿੰਘ ਦੇ ਰੂਪ 'ਚ ਹੋ ਜਾਣ, ਜਿਨ੍ਹਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਹੋਣ। ਨੈਣ ਮੀਟ ਵੇਖਣ ਚਾਹੀਂ ਚਾਹੀਆਂ, ਕਦੇ ਜੋਤ ਦੇ ਤੱਕਣ ਚਮਤਕਾਰੇ। ਕਦੇ ਸ਼ਬਦ ਧੁਨ ਸ਼ਨਵਾਈ ਆ, ਕਦੀ ਸਤਿਗੁਰ ਪੂਰਨ ਸਿੰਘ ਆਪਣੇ ਸ਼ਬਦ ਦੀ ਧਾਰ ਚਗਾਉਂਦਾ ਤੁਹਾਡੇ ਸਾਹਮਣੇ ਆ ਜਾਂਦਾ ਹੈ। ਇਹ ਤੇ ਜਿਨ੍ਹਾਂ ਨੇ ਦਰਸ਼ਨ ਕੀਤੇ ਉਹ ਸੁਭਾਗੇ ਹਨ। ਬਾਹਰ ਦੇ ਲੋਕਾਂ ਨੇ ਐਵੇਂ ਝੂਠੀਆਂ ਮੀਠੀਆਂ ਅੱਖਾਂ ਮੀਟਣੀਆਂ, ਜਿਨ੍ਹਾਂ ਨੇ ਦਰਸ਼ਨ ਕੀਤੇ ਹੁਣ ਉਸੇ ਹੀ ਉਹ ਝਲਕਾਰਿਆਂ ਨੂੰ, ਉਹ ਸਤਿਗੁਰਾਂ ਦੇ ਝੂਲਣ ਨੂੰ ਆਪਣੇ ਅੰਦਰ ਅਨੁਭਵ ਕਰਦੇ ਆ। ਧੁਨ ਸ਼ਨਵਾਈ ਆ, ਕਦੀ ਸਤਿਗੁਰ ਪੂਰਨ ਸਿੰਘ ਦੀ ਆਵਾਜ਼ ਸੁਣਦੀ ਆ, ਕਈ ਸੁਪਨੇ 'ਚ ਵੀ ਸੁਣਨ ਲੱਗ ਪੈਂਦੀ, ਕਈ ਉਤਰਾਂ ਵੀ ਕਈਆਂ ਨੂੰ ਕਹਿੰਦੇ ਕਪੂਰ ਸਿੰਘ ਹੁੰਦਾ ਸੀ ਬਰਾੜ, ਉਹਨੇ ਕਹਿਣਾ ਮੇਰੇ ਕਾਰਖਾਨੇ ਆਏ ਸੱਚੇ ਪਾਤਸ਼ਾਹ, ਉਹਨਾਂ ਦੀ ਪੈੜ ਮੈਂ ਦੇਖੀ। ਉਹ ਇਸ ਤਰ੍ਹਾਂ ਦੀਆਂ ਕਥਾ ਸੁਣਾਉਂਦਾ ਸੀ। ਅਤੇ ਭਾਈ ਫਿਰ ਮਹਾਰਾਜ ਕਹਿੰਦੇ ਕਦੇ ਸ਼ਬਦ ਧੁਨ ਸ਼ਨਵਾਈ ਆ, ਕਦੇ ਰੋਵਣ ਜ਼ਾਰੋ ਜ਼ਾਰੇ। ਕਦੀ ਉਹ ਵੀ ਜਿਹੜੇ ਤਾਈ ਮਾਰ ਮਾਰ ਕੇ ਰੋਂਦੇ ਸਨ ਸੱਚੇ ਪਾਤਸ਼ਾਹ ਦਰਸ਼ਨ ਕਰਨ। ਕਦੀ ਮੁਨੀ ਲਾਲ ਸਿੰਘ ਦੇਖਿਆ ਸੀ ਹੀਰਾ ਵਾਲਾ, ਸੱਚੇ ਪਾਤਸ਼ਾਹ ਜੀ ਉਹਨਾਂ ਦੇ ਪਿੰਡ ਗਏ, ਨਾਲੀ ਦਾ ਪਾਣੀ ਚੱਕ ਚੱਕ ਕੇ ਆਪਣੇ ਸਿਰ 'ਚ ਪਾ ਲਿਆ, ਗੰਦਾ ਪਾਣੀ। ਸੰਗਤ ਨੇ ਉਹਨੂੰ ਝਿੜਕਿਆ, ਪਾਤਸ਼ਾਹ ਕਹਿੰਦੇ ਖਬਰਦਾਰ, ਇਹ ਮੇਰਾ ਤੇਰਾ ਆਪਣਾ ਹਿਸਾਬ ਹੈ, ਸਾਨੂੰ ਇੱਦਾਂ ਪਿਆਰਾ ਲੱਗਦਾ। ਉਹ ਹੈ ਗੁਰਮੁਖ ਜਨੋ, ਇਹ ਨਾ ਕਿਉਂਕਿ ਸਾਨੂੰ ਉਹਦਾ ਪੰਜ ਤੱਤ ਹੀ ਦਿਸੇ। ਬੇਨਤੀ ਕਰ ਲਿਆ ਕਰੋ ਸੱਚੇ ਪਾਤਸ਼ਾਹ ਦਇਆ ਕਰ, ਅਸੀਂ ਤੈਨੂੰ ਅਨੁਭਵ ਕਰੀਏ।
ਲਾਵਣ ਜਾਕਾਰੇ ਤੂੰ ਮੇਰਾ ਮੈਂ ਤੇਰਾ ਢੋਲਾ ਗਾਈਆ, ਦਰਸ਼ਨ ਦੇ ਪ੍ਰੀਤਮ ਪਿਆਰੇ। ਨੈਣ ਮੀਟ ਵੇਖਣ ਚਾਈ ਚਾਈਆਂ, ਕਦੇ ਜੋਤ ਦੇ ਤੱਕਣ ਚਮਤਕਾਰੇ, ਕਦੇ ਸ਼ਬਦ ਤੋਂ ਨਿਸ਼ਨਵਾਈਆ, ਕਦੇ ਰੋਵਣ ਦਾ ਰੋਜ਼ਾਰੇ। ਤੁਸੀਂ ਤਾਂ ਨਹੀਂ ਦੇਖਿਆ, ਜਿਹੜੇ ਪਹਿਲੇ ਸਿੱਖ ਹੁੰਦੇ ਸੀ ਉਹਨਾਂ ਦੇ ਅੰਦਰ ਵਿਰਾਗ ਹੁੰਦਾ ਸੀ, ਬਹੁਤ ਜ਼ਿਆਦਾ ਹੁੰਦਾ ਸੀ। ਸਾਰੀ ਰਾਤ ਇੱਕ ਵਾਰੀ ਮੈਂ ਵੀ ਛੋਟਾ ਜਿਹਾ ਸਾਂ, ਪਿੰਡ ਗਿਆ, ਪਾਤਸ਼ਾਹ ਜਲ ਮੰਗਿਆ, ਸੁੱਤੇ ਪਏ ਸਨ, ਕਹਿਣ ਲੱਗੇ ਪਾਣੀ। ਗੰਜਾ ਬਾਬਾ ਤੇਜਾ ਸਿੰਘ ਉਹ ਪਾਣੀ ਦਾ ਗਲਾਸ ਲਿਆ। ਜ਼ਰੂਰਤ ਨਹੀਂ ਕੀਤੀ ਕਿ ਮੈਂ ਮਹਾਰਾਜ ਨੂੰ ਜਗਾ ਕੇ ਕਹਾਂ ਲਓ ਜੀ ਜਲ ਲੈ ਆਉਂਦਾ। ਚੜ੍ਹਨਾ ਬਾਅਦ ਸਾਰੀ ਰਾਤ ਹੱਥ 'ਤੇ ਗਲਾਸ ਧਰ ਕੇ ਖਿਲਾ ਰਿਹਾ। ਇਹ ਨਹੀਂ ਕਿਹਾ ਕਿ ਇਹ ਸੱਚੇ ਪਾਤਸ਼ਾਹ ਜੀ ਮੈਂ ਜਗਾਵਾਂ, ਲੇਕਿਨ ਹਾਜ਼ਰੀ ਦਿੱਤੀ। ਉਹ ਵੀ ਸਿੱਖ ਇੱਦਾਂ ਦੇ ਸੀ, ਆਪਾਂ ਤਾਂ ਇੱਕ ਦੂਜੇ ਦੇ ਉੱਤੇ ਟੀਕਾ ਟਿੱਪਣੀ ਕਰਨ ਲੱਗ ਪੈਂਦੇ ਹਾਂ। ਆ ਮਿਲ ਮਹਿਬੂਬ ਪਿਆਰੇ, ਮਹਿਬੂਬ ਵੀ ਪਿਆਰੇ ਨੂੰ ਸਾਦੇ, ਪਿਆਰਾ ਵੀ ਪਿਆਰੇ ਨੂੰ। ਫਿਰ ਉਹਨਾਂ ਦੇ ਅੰਦਰ ਤਾਂ ਹੀ ਵੱਜਦੀਆਂ ਸੀਗੀਆਂ ਕਿ ਸਾਨੂੰ ਦਰਸ਼ਨ ਦੇ। ਉਸੇ ਗੰਜੇ ਦੀ ਗੱਲ ਕਰਦਾ, ਬਾਣੀ ਦੇ ਅੰਦਰ ਉਹ ਬਿੱਲੀ ਦੇ ਬਲੂੜੇ ਜਿਹੜੇ ਆਵੇ ਦੇ ਵਿੱਚ ਰਹੇ ਹਰਨਾਕਸ਼ ਦੇ ਵੇਲੇ, ਪ੍ਰਹਲਾਦ ਦਾ ਬੇਲਾ ਸੀ, ਉਹ ਬਿੱਲੀ ਦੇ ਬਲੂੜੇ ਆਵੇ ਚਲਾ ਗਿਆ, ਉਹ ਜਿਉਂਦੇ ਨਿਕਲਿਆ। ਇੱਟਾਂ ਪੱਕ ਗਈਆਂ ਸਾਰੀਆਂ। ਉਹਨਾਂ 'ਚੋਂ 2 ਸਿੱਖ ਗੰਜੇ ਦੇ ਬਣਦੇ ਸੀਗੇ, ਇੱਕ ਕਹਿੰਦਾ ਸੀ ਤੇ ਇੱਕ ਹੋਰ ਸੀਗਾ, ਨਾਂ ਭੁੱਲ ਗਿਆ ਭਈ। ਉਹ ਸਿੱਖ ਜਿਹੜੇ ਆ ਉਹਨੂੰ ਪਤਾ ਹੋਣਾ, ਆਹੋ ਰੋਹਤਕ ਵਾਲਿਆਂ ਦੇ ਰਿਸ਼ਤੇਦਾਰ, ਮੁੰਡਾ ਬਜ਼ੁਰਗ ਜਿਹੜਾ ਸੀਗਾ, ਉਹ ਦੋਨੋਂ ਬਿੱਲੀ ਦੇ ਬਲੂੜੇ ਸਨ। ਉਹਨਾਂ ਦੀ ਰੱਖਿਆ ਕੀਤੀ ਉਹਨੇ। ਔਰ ਮਹਾਰਾਜ ਕਹਿੰਦੇ ਦਰਸ਼ਨ ਦੇ ਪ੍ਰੀਤਮ ਪਿਆਰੇ, ਨੈਣ ਮੀਟ ਵੇਖਣ ਚਾਈ ਚਾਈਆਂ, ਕਦੇ ਜੋਤ ਦੇ ਤੱਕਣ ਚਮਤਕਾਰੇ, ਕਦੇ ਸ਼ਬਦ ਧੁਨ ਸੁਣਵਾਈਆ, ਕਦੇ ਰੋਵਣ ਦਾ ਰੋਜ਼ਾਰੇ, ਤੇਰੀ ਝੱਲੀ ਨਾ ਜਾਏ ਜੁਦਾਈਆ। ਆ ਮੇਰੇ ਮਹਿਬੂਬ ਪਿਆਰੇ, ਮੁਹੱਬਤ ਸਾਡੀ ਲੈ ਅੰਗੜਾਈ ਆ। ਸਾਡੀ ਮੁਹੱਬਤ ਜਿਹੜੀ ਇਸ ਵੇਲੇ ਸਾਨੂੰ ਕੋ ਰਹੀ ਆ ਕਿ ਤੇਰਾ ਸਤਿਗੁਰ ਕਿਉਂ ਨਹੀਂ ਆਉਂਦਾ, ਕਿਉਂ ਨਹੀਂ ਸਤਿਗੁਰ ਨੂੰ ਬਾਜਾਂ ਮਾਰਦਾ। ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ, ਕਰੇ ਖੇਲ ਸਾਚਾ ਹਰ, ਸਜਦਾ ਰੰਗ ਆਪ ਰਗਾਈਆ। ਸ਼ਾਇਦ ਇਹ ਪੰਕਤੀ ਸੀ ਸਰਦਾਰ ਗੁਲਜ਼ਾਰ ਸਿੰਘ ਨਾਲ ਪੜ੍ਹੀ। ਸੋ ਉਹ ਸੱਚ ਦਾ ਰੰਗ ਜਿਹੜਾ ਪੰਜ ਤੱਤ ਤੋਂ ਇਲਾਵਾ ਆ, ਜੋ ਸ਼ਬਦ ਧਾਰ ਦਾ ਰੰਗ ਹੈ। ਸੱਚੇ ਪਾਤਸ਼ਾਹ, ਇਹ ਅੱਜ ਸੰਗਤ ਸੰਗਰਾਂਦ ਮਨਾਉਣ ਲਈ ਇਕੱਠੀ ਹੋਈ ਆ। ਦਇਆ ਕਰ ਇਹਨਾਂ ਸਾਰਿਆਂ ਦੇ ਉੱਤੇ, ਇਹਨਾਂ ਨੂੰ ਆਪਣੀ ਨਿਰਗੁਣ ਧਾਰ ਦੀ ਰੰਗਣ ਚਾੜ ਦੇ ਅਤੇ ਸਾਰਿਆਂ ਨੂੰ ਆਪਣੀ ਖੁਸ਼ੀਆਂ ਬਖਸ਼। ਇਹਨਾਂ ਸ਼ਬਦਾਂ ਨਾਲ ਕਿਉਂ ਮੈਂ ਕਾਫੀ ਦੇਰ ਹੋ ਗਈ, ਨਾਲ ਮੇਰੀ ਤਬੀਅਤ ਵੀ ਠੀਕ ਨਹੀਂ ਚੱਲਦੀ। ਜਿਹਨਾਂ ਪ੍ਰਸ਼ਾਦ ਕਰਾਇਆ, ਉੱਠੋ ਜੈਕਾਰੇ ਬੋਲੋ। ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋਹੰ ਮਹਾਰਾਜ ਸਿੰਘ ਵਿਸ਼ਨੂੰ